पंजाबी कल्चर चैनल देख रहे सारे दर्शकों ਨੂੰ ਮੇਰੇ ਵੱਲੋਂ ਯਾਨੀ ਕਿ ਯਾਦਵਿੰਦਰ ਸਿੱਧੂ ਵੱਲੋਂ ਸਤਿ ਸ੍ਰੀ ਅਕਾਲ। ਦੋਸਤੋ ਅੱਜ ਆਪਾਂ ਇੱਕ ਅਜਿਹੇ ਵਿਸ਼ੇ ਤੇ ਗੱਲ ਕਰਨ ਲੱਗੇ ਹਾਂ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਇਹ ਹੀ ਮੈਂ ਕਹਾਂਗਾ ਬਹੁਤੀ ਪੀਣੀ ਸਿਹਤ ਲਈ ਹਾਨੀਕਾਰਕ ਹੈ। ਤੇ ਇਸ ਦੇ ਨਾਲ ਹੀ ਤੁਸੀਂ ਆਪੇ ਆ ਸਮਝ ਗਏ ਹੋਵੋਗੇ ਕਿ ਆਪਾਂ ਕਿਸ ਵਿਸ਼ੇ ਦੀ ਗੱਲ ਕਰਨ ਲੱਗੇ ਹਾਂ। ਆਪਾਂ ਅੱਜ ਵਿਸ਼ੇਸ਼ ਤੌਰ ਤੇ ਉਸ ਵਿਸ਼ੇ ਦੀ ਗੱਲ ਕਰਨ ਲੱਗੇ ਹਾਂ ਜਿਹੜਾ ਲੋਕਾਂ ਦਾ ਬਹੁਤੇ ਲੋਕਾਂ ਦਾ ਹਰਮਨ ਪਿਆਰਾ ਵਿਸ਼ਾ ਹੈ, क्योंकि शाम ਨੂੰ ਜਿਹੜੀਆਂ ਮਹਿਫਲਾਂ ਜੁੜਦੀਆਂ ਨੇ ਉਸ ਸਮੇਂ ਜਿਹੜੇ ਆਪਣੀਆਂ ਸ਼ਾਮਾਂ ਨੂੰ ਰੰਗੀਨ ਕਰਨ ਵਾਸਤੇ ਰਾਤਾਂ ਨੂੰ ਰੰਗੀਨ ਕਰਨ ਵਾਸਤੇ ਪੱਬਾਂ ਦੇ ਵਿੱਚ ਸ਼ਰਾਬ ਦਾ ਸੇਵਨ ਸਭ ਤੋਂ ਵੱਧ ਹੁੰਦਾ ਹੈ। ਤੇ ਜਦੋਂ ਸ਼ਰਾਬ ਦੀ ਗੱਲ ਕਰਦੇ ਆ आओ पैग मारिए, आओ गलासी लाइए, आओ पब जाइए, आओ शराब पीए, आओ दारू पीए, बहुत सारे शब्दों के नाल इस नूं संबोधन सारे जिन्ने भी इस दे प्रेमी ने इस दी वरतों करने वाले है उस तक पहुँचते। पर शराब है कि यह तुहाडे तक किवें पहुँचती है, शराब तैयार किवें हुंदी है, किन्ने प्रकार की शराब हुंदी है, इस ਜਿਹੜੇ ਹੈ ਲੋਕ ਵਰਤੋਂ ਕਿਵੇਂ ਕਰਦੇ ਹੈ ਤੇ ਇਹਨਾਂ ਚੋਂ ਕਿਹੜੀ ਚੰਗੀ ਹੈ ਕਿਹੜੀ ਮਾੜੀ ਹੈ। ਬਹੁਤ ਸਾਰੇ ਪ੍ਰਸ਼ਨ ਨੇ ਜਿਨ੍ਹਾਂ ਬਾਰੇ ਲੋਕਾਂ ਨੂੰ ਪਤਾ ਨਹੀਂ ਤੇ ਉਹਨਾਂ ਨੂੰ ਬਸ ਇੰਨਾ ਹੀ ਪਤਾ ਹੈ ਕਿ ਸ਼ਰਾਬ ਠੇਕੇ ਤੇ ਗਏ, ਦੁਕਾਨ ਤੇ ਗਏ, ਉੱਥੋਂ ਜਾ ਕੇ ਖਰੀਦੀ ਤੇ ਉਸ ਨੂੰ ਪੀ ਲਿਆ। ਪਰ ਅੱਜ ਆਪਾਂ ਇਸ ਦੇ ਉਹਨਾਂ ਨੁਕਤਿਆਂ ਤੇ ਗੱਲ ਕਰਾਂਗੇ ਜੋ ਕਿ ਪਰਦੇ ਪਿੱਛੇ ਹੈ। ਇਹਦੇ ਬਾਰੇ ਬਹੁਤ ਜਾਣਨਾ ਜ਼ਰੂਰੀ ਹੈ ਕਿਉਂਕਿ ਇਸ ਸ਼ਰਾਬ ਨੇ ਦੁਨੀਆ ਭਰ ਦੇ ਵਿੱਚ ਕਰੋੜਾਂ ਹੀ ਲੋਕਾਂ ਦੇ ਜਿਹੜੇ ਘਰ ਵੀ ਬਰਬਾਦ ਕੀਤੇ ਨੇ, ਉਹਨਾਂ ਦੀਆਂ ਜ਼ਿੰਦਗੀਆਂ ਬਰਬਾਦ ਕੀਤੀਆਂ ਨੇ, ਉਹਨਾਂ ਦੀ ਆਰਥਿਕਤਾ ਨੂੰ ਤਬਾਹ ਕੀਤਾ ਹੈ, ਉਹਨਾਂ ਨੂੰ ਸਰੀਰਕ ਤੌਰ ਤੇ ਤਬਾਹ ਕੀਤਾ ਹੈ ਤੇ ਬਹੁਤ ਸਾਰੇ ਲੜਾਈਆਂ ਦੇ ਕਾਰਨ ਬਣਦੀ ਹੈ। ਤੇ ਪਰ ਉਸ ਦੇ ਲਈ ਆਪਾਂ ਡਿਟੇਲ ਦੇ ਵਿੱਚ ਵੱਖ ਐਪੀਸੋਡ ਦੇ ਵਿੱਚ ਗੱਲ ਕਰਾਂਗੇ। ਸਾਡੇ ਨਾਲ ਇੱਕ ਅਜਿਹੀ ਸ਼ਖਸੀਅਤ ਨੇ ਜਿਨ੍ਹਾਂ ਦਾ ਇਸ ਖੇਤਰ 'ਚ ਲੰਬਾ ਤਜਰਬਾ ਹੈ ਕਿਉਂਕਿ ਉਹ ਅਸਿਸਟੈਂਟ ਐਕਸਾਈਜ਼ ਕਮਿਸ਼ਨਰ ਰਿਟਾਇਰ ਹੋ ਚੁੱਕੇ ਨੇ ਤੇ ਬੜਾ ਲੰਬਾ ਸਮਾਂ ਉਹਨਾਂ ਦਾ ਵਾਹ ਵਾਸਤਾ ਜਿਹੜਾ ਉਹ ਸ਼ਰਾਬ ਦੇ ਖੇਤਰ ਦੇ ਨਾਲ ਹੈ। ਆਓ ਆਪਾਂ ਤੁਹਾਨੂੰ ਅਜਿਹੀ ਸ਼ਖਸੀਅਤ ਨਾਲ ਮਿਲਾਉਂਦੇ ਹਾਂ। ਮੈਂ ਤੁਹਾਨੂੰ ਲੈ ਕੇ ਚੱਲਦਾ ਉਹਨਾਂ ਦੇ ਕੋਲ। ਸਰਦਾਰ ਪਰਮਿੰਦਰ ਸਿੰਘ ਜੀ ਸਟੂਡੀਓ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ। ਤੁਹਾਡੀਆਂ ਅੱਜ ਸੇਵਾਵਾਂ ਲੈਣ ਨੂੰ ਜੀ ਕੀਤਾ ਕਿਉਂਕਿ ਦਰਸ਼ਕਾਂ ਦੀ ਬੜੀ ਡਿਮਾਂਡ ਸੀ। ਦਰਸ਼ਕ ਚਾਹੁੰਦੇ ਸੀ ਕਿ ਉਹਨਾਂ ਨੁਕਤਿਆਂ ਦੀ ਕੁਝ ਗੱਲ ਕੀਤੀ ਜਾਵੇ ਜਿਹੜੇ ਸ਼ਰਾਬ ਦੇ ਨਾਲ ਸੰਬੰਧਿਤ ਨੇ। ਪੀਣ ਵਾਲਾ ਹੈ, ਪਿਆਕੜ ਤੱਕ ਇਹ ਪਹੁੰਚਦੀ ਕਿਵੇਂ ਹੈ? ਮਹੱਤਵਪੂਰਨ ਪ੍ਰਸ਼ਨ ਹੈ। ਹਾਂਜੀ ਸਿੱਧੂ ਸਾਹਿਬ, ਇਹਦੇ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਵਿਸਥਾਰ ਨਾਲ ਦੱਸੂਗਾ। ਸਭ ਤੋਂ ਪਹਿਲਾਂ ਅਸੀਂ ਜਿਹੜੇ ਸ਼ਰਾਬ ਦੇ ਠੇਕੇ ਆ ਉਹ ਲੋਟਰੀ ਰਾਹੀਂ ਡਰਾਅ ਦੇ ਵਿੱਚ ਨਿਕਲਦੇ ਆ। ਪੰਜਾਬ ਦੇ ਵਿੱਚ ਤਕਰੀਬਨ 800 ਦੇ ਕਰੀਬ ਗਰੁੱਪ ਹੈ। ਛੋਟੇ ਛੋਟੇ ਗਰੁੱਪ ਨੇ, 5-6 ਕਰੋੜ ਰੁਪਏ ਦਾ ਗਰੁੱਪ ਬਣਦਾ ਇੱਕ। ਉਹ ਕੋਈ ਵੀ ਬੰਦਾ, ਕੋਈ ਵੀ ਜਿਹੜਾ ਸਿਟੀਜ਼ਨ ਹੈ ਉਹ ਆਪਣਾ ਪਰਚੀ ਪਾ ਕੇ ਉਹ ਗਰੁੱਪ ਲੈ ਸਕਦਾ। ਉਸ ਤੋਂ ਬਾਅਦ ਜਦੋਂ ਗਰੁੱਪ ਨਿਕਲ ਆਉਂਦਾ ਫਿਰ ਉਹ ਮਹਿਕਮੇ ਕੋਲੇ ਆਉਂਦਾ। ਮਹਿਕਮਾ ਫਿਰ ਉਹਨੂੰ ਜਿੰਨਾ ਉਹਦਾ ਕੋਟਾ ਨਿਰਧਾਰਿਤ ਕੀਤਾ ਜਾਂਦਾ। ਬੇਸਿਕਲੀ 3 ਤਰ੍ਹਾਂ ਦੀ ਸ਼ਰਾਬ ਵਿਕਦੀ ਠੇਕੇ ਤੇ। ਇੱਕ ਦੇਸੀ, ਇੱਕ IMFL ਜਿਹਨੂੰ ਅਸੀਂ ਅੰਗਰੇਜ਼ੀ ਸ਼ਰਾਬ ਕਹਿ ਦਿੰਦੇ ਹਾਂ, ਇੱਕ ਸਕੌਚ ਹੁੰਦੀ ਹੈ। ਤਾਂ ਉਹਦਾ ਹਰੇਕ ਚੀਜ਼ ਦਾ, ਜਿਹੜੀ ਦੇਸੀ ਸ਼ਰਾਬ ਹੈ ਉਹਦਾ ਅਲੱਗ ਕੋਟਾ ਫਿਕਸ ਹੈ, ਜਿਹੜੀ ਅੰਗਰੇਜ਼ੀ ਜਿਹਨੂੰ ਆਪਾਂ IMFL ਕਹਿੰਦੇ ਹਾਂ ਉਹਦਾ ਅਲੱਗ ਕੋਟਾ ਫਿਕਸ ਹੈ, ਜਿਹੜਾ ਬੀਅਰ ਹੈ ਉਹਦਾ ਅਲੱਗ ਕੋਟਾ ਫਿਕਸ ਹੈ, ਸਕੌਚ ਦਾ ਅਲੱਗ ਕੋਟਾ ਫਿਕਸ ਹੈ। ਉਹ ਕੋਟੇ ਦੇ ਮੁਤਾਬਕ ਲਾਇਸੈਂਸੀ ਨੂੰ ਜਿਹਨੂੰ ਉਹ ਠੇਕਾ ਨਿਕਲਿਆ ਜਾਂ ਗਰੁੱਪ ਨਿਕਲਿਆ ਉਹਨੇ ਉਸ ਹਿਸਾਬ ਨਾਲ ਆਪਦੀ ਫੀਸ ਭਰ ਕੇ ਮਹਿਕਮੇ ਤੋਂ ਪਰਮਿਟ ਲੈਣਾ। ਫਿਰ ਜੇ ਤਾਂ ਉਹਨੇ ਦੇਸੀ ਸ਼ਰਾਬ ਚੱਕਣੀ ਹੈ ਤਾਂ ਇੱਕ ਸਾਡੇ ਡੰਪ ਹੁੰਦੇ ਆ ਜਿਨ੍ਹਾਂ ਨੂੰ ਅਸੀਂ L13 ਕਹਿੰਦੇ ਆ, ਉਹ ਡਿਸਟ੍ਰਿਕਟ ਹੈਡਕੁਆਟਰ ਤੇ ਹੁੰਦੇ ਆ। ਦੇਸੀ ਸ਼ਰਾਬ ਉਹਨੇ ਉੱਥੇ ਪਰਮਿਟ ਦੇ ਕੇ ਉਹਦੇ ਸ਼ਰਾਬ ਦਾ ਮੁੱਲ ਉਤਾਰ ਕੇ ਉਹਦਾ ਪਾਸ ਕੱਟਿਆ ਜਾਣਾ। ਪਾਸ ਐਕਸਾਈਜ਼ ਪਾਸ ਜਿਹੜਾ ਸਾਡਾ ਲੋਕਲ ਇੰਸਪੈਕਟਰ ਹੁੰਦਾ ਉਹ ਕੱਟਦਾ। ਉਹ ਪਾਸ ਦੇ ਤਹਿਤ ਫਿਰ ਉਹ ਠੇਕੇਦਾਰ ਦੇ ਠੇਕੇ ਤੇ ਸ਼ਰਾਬ ਉੱਥੋਂ ਪਹੁੰਚ ਜਾਂਦੀ ਹੈ ਦੇਸੀ। ਜਿਹੜੀ IMFL ਜਾਂ ਸਕੌਚ ਹੈ ਉਹ ਬੇਸਿਕਲੀ ਉਹ ਫਿਰ L1 ਬਣਾਏ ਆ ਮਹਿਕਮੇ ਨੇ। ਹਰੇਕ ਡਿਸਟ੍ਰਿਕਟ ਹੈਡਕੁਆਟਰ ਤੇ ਲੋੜ ਮੁਤਾਬਕ L1 ਹੁੰਦੇ ਆ, ਕਿਤੇ 1 ਹੈ ਕਿਤੇ 2 ਵੀ ਹੋ ਸਕਦੇ ਆ। ਵੱਡੇ ਸ਼ਹਿਰਾਂ 'ਚ ਜ਼ਿਆਦਾ L1 ਹੁੰਦੇ ਆ। ਤਾਂ ਉਹਦਾ ਪਰਮਿਟ ਬਣ ਜਾਂਦਾ। ਉਹ ਪਰਮਿਟ ਫਿਰ L1 ਤੋਂ ਉਹ ਠੇਕੇ ਤੇ ਉਹ ਪਰਮਿਟ ਦੇ ਤਹਿਤ ਐਕਸਾਈਜ਼ ਪਾਸ ਕੱਟਿਆ ਜਾਂਦਾ। ਉਹ ਐਕਸਾਈਜ਼ ਪਾਸ ਨਾਲ ਹੋਣਾ ਚਾਹੀਦਾ। ਉਹ ਐਕਸਾਈਜ਼ ਪਾਸ ਜਿਹੜਾ ਉਹ ਰਾਹਦਾਰੀ ਹੁੰਦੀ ਹੈ, ਟ੍ਰਾਂਜ਼ਿਟ ਪਾਸ, ਤਾਂ ਉਹ ਜਾ ਕੇ ਉੱਥੇ ਐਂਟਰ ਹੋ ਜਾਂਦੀ ਹੈ ਤੇ ਉਹ ਠੇਕੇ ਤੇ ਸ਼ਰਾਬ ਪਹੁੰਚ ਜਾਂਦੀ ਹੈ। ਪਰਮਿੰਦਰ ਸਿੰਘ ਜੀ, ਤੁਸੀਂ ਦੱਸਿਆ ਕਿ ਜਿਹੜੀ ਸ਼ਰਾਬ ਹੈ ਕਿੰਨੇ ਪ੍ਰਕਾਰ ਦੀ ਹੁੰਦੀ, ਜਿਵੇਂ ਤੁਸੀਂ ਦੱਸਿਆ ਕਿ ਇੱਕ ਦੇਸੀ ਹੁੰਦੀ ਹੈ, ਇੱਕ ਵਿਸਕੀ ਹੁੰਦੀ ਹੈ, ਇੱਕ ਸਕਾਚ ਹੁੰਦੀ ਹੈ।
ਇਹਦੇ ਵਿੱਚ ਇਹਨਾਂ ਦੇ ਕੁਆਲਿਟੀ ਦੇ ਵਿੱਚ ਫਰਕ ਕਿਵੇਂ ਆ, ਅੰਤਰ ਕੀ ਆ? ਇਹਦੇ ਚ ਸਿੱਧੂ ਸਾਹਿਬ ਕਾਫੀ ਫਰਕ ਹੈ ਹਰ ਇੱਕ ਚੀਜ਼ 'ਚ। ਜਿਹੜੀ ਦੇਸੀ ਸ਼ਰਾਬ ਆ ਉਹ 50 ਡਿਗਰੀ ਦੀ ਸ਼ਰਾਬ ਹੁੰਦੀ ਹੈ, ਲੋਕਲ ਬਣਦੀ ਆ। ਅੱਛਾ ਜੀ। ਬਣਦੀ ਜਿਹੜੀ ਅੰਗਰੇਜ਼ੀ ਸ਼ਰਾਬ IMF ਹੈ ਜਿਹਨੂੰ ਆਪਾਂ ਕਹਿੰਦੇ ਆ, ਉਹ ਵੀ ਡਿਸਟਿਲਰੀ 'ਚ ਬਣਦੀ ਆ, ਦੇਸੀ ਸ਼ਰਾਬ ਵੀ ਡਿਸਟਿਲਰੀ 'ਚ ਬਣਦੀ ਆ। ਸੇਮ ਹੀ ਡਿਸਟਿਲਰੀ ਦੀਆਂ, ਸੇਮ ਹੀ ਉਹਦਾ ਬੇਸ ਹੁੰਦਾ ਜਿਹੜਾ ENA ਤੋਂ ਤਿਆਰ ਕੀਤੀਆਂ ਜਾਂਦੀਆਂ ਐਕਸਟਰਾ ਨਿਊਟਰਲ ਅਲਕੋਹਲ ਤੋਂ। ਲੇਕਿਨ ਡਿਗਰੀ ਦਾ ਫਰਕ ਹੁੰਦਾ। ਦੇਸੀ ਸ਼ਰਾਬ ਦੀ ਡਿਗਰੀ ਜਿਹੜੀ 50 ਡਿਗਰੀ ਹੁੰਦੀ ਹੈ, ਵੋਲੀਅਮ ਵੀ ਉਹਦਾ ਫਰਕ ਹੁੰਦਾ। ਉਹਦੇ 'ਚ 28.5% ਦੇ ਤਕਰੀਬਨ ਅਲਕੋਹਲ ਹੁੰਦੀ ਹੈ। ਜਿਹੜੀ ਅੰਗਰੇਜ਼ੀ ਸ਼ਰਾਬ ਹੁੰਦੀ ਹੈ ਉਹ 'ਚ 42.5% ਦੇ ਕਰੀਬ ਹੁੰਦੀ ਹੈ। ਅੱਛਾ। ਤੇ ਉਹਦੀ 75 ਡਿਗਰੀ ਹੁੰਦੀ ਹੈ ਅੰਗਰੇਜ਼ੀ ਦੀ। ਜਿਹੜੀ ਸਕੌਚ ਹੈ ਉਹ ਸਕੌਚ ਮੋਸਟਲੀ ਜਿਹੜੀ ਸਕਾਟਲੈਂਡ ਤੋਂ ਹੀ ਬਣ ਕੇ ਆਉਂਦੀ ਹੈ। ਉਹਨੂੰ ਆਪਾਂ ਜਿਹੜੀ ਵਿਸਕੀ ਸਕਾਟਲੈਂਡ 'ਚ ਤਿਆਰ ਕੀਤੀ ਜਾਂਦੀ ਹੈ, ਬੇਸਿਕਲੀ ਆਪਾਂ ਉਹਨੂੰ ਸਕੌਚ ਕਹਿ ਦਿੰਦੇ ਹਾਂ। ਅੱਛਾ ਜੀ। ਉਹ ਸਾਰੀ ਇੰਪੋਰਟ ਹੁੰਦੀ ਹੈ, ਬਾਹਰੋਂ ਆਉਂਦੀ ਹੈ। ਜਾਂ ਇੱਕ ਦੋ ਹੈ ਜਿਹੜਾ ਬ੍ਰਾਂਡਸ ਜਿਵੇਂ ਬਲੈਕ ਡੌਗ ਵਗੈਰਾ, ਉਹਦੀ ਭਰਾਈ ਇੰਡੀਆ 'ਚ ਵੀ ਹੁੰਦੀ ਹੈ, ਬਟ ਮੋਸਟਲੀ ਉਹ ਬਾਹਰੋਂ ਹੀ ਆਉਂਦੀ ਹੈ। ਅੱਛਾ ਜੀ। ਬੰਦਰ ਜੀ, ਜਿਹੜੇ ਇਹ ਤੁਸੀਂ ਸਕਾਚ ਬਾਰੇ ਦੱਸਿਆ, ਸਕਾਚ ਇਕੱਲੇ ਸਕਾਟਲੈਂਡ 'ਚ ਤਿਆਰ ਹੁੰਦੀ ਹੈ, ਕਿਸੇ ਹੋਰ ਦੇਸ਼ 'ਚ ਵੀ ਤਿਆਰ ਕੀਤੀ ਜਾਂਦੀ ਹੈ? ਬੇਸਿਕਲੀ ਤਾਂ ਅਲਕੋਹਲ ਹੀ ਹੁੰਦੀ ਹੈ ਜੀ ਸਾਰਾ। ਇਹ ਜਿਹੜੀ ਵਿਸਕੀ ਹੁੰਦੀ ਹੈ, ਜਿਹੜੀ ਵਿਸਕੀ ਸਕਾਟਲੈਂਡ 'ਚ ਤਿਆਰ ਹੁੰਦੀ ਹੈ, ਉਹਨੂੰ ਆਪਾਂ ਸਕੌਚ ਕਹਿ ਦਿੰਦੇ ਹਾਂ। ਤੇ ਸਕਾਟਲੈਂਡ ਦੇ ਮੇਰਾ ਕਹਿਣਾ ਇਹਦਾ ਮਤਲਬ ਕਿ ਹੋਰ ਕੰਟਰੀ 'ਚ ਤਿਆਰ ਹੀ ਹੁੰਦੀ, ਇਕੱਲੇ ਸਕਾਟਲੈਂਡ ਦੇ ਵਿੱਚ ਹੀ ਹੁੰਦੀ ਹੈ? ਜਿਹੜੀ ਇੰਡੀਆ 'ਚ ਤਿਆਰ ਹੁੰਦੀ ਉਹ ਇੰਡੀਅਨ ਵਿਸਕੀ ਹੈ। ਅੱਛਾ, ਉਹ ਇੰਡੀਅਨ, ਉਹਨੂੰ ਅਸੀਂ ਵਿਸਕੀ ਕਹਿੰਦੇ ਆ? ਉਹਨੂੰ ਵਿਸਕੀ ਸਾਰੇ ਕਹਿੰਦੇ ਜੀ। ਉਹ ਇੰਡੀਅਨ ਵਿਸਕੀ ਹੈ। ਜਿਹੜੀ ਕੈਨੇਡਾ 'ਚ ਤਿਆਰ ਹੁੰਦੀ ਉਹਨੂੰ ਕੈਨੇਡੀਅਨ ਵਿਸਕੀ ਕਹਿੰਦੇ ਆ। ਜਿਹੜੀ ਸਕਾਟਲੈਂਡ 'ਚ ਤਿਆਰ ਹੁੰਦੀ ਉਹਨੂੰ ਸਕੌਚ ਕਹਿੰਦੇ ਆ। ਉਹਨੂੰ ਸਕੌਚ ਕਿਹਾ ਜਾਂਦਾ ਹੈ। ਤੇ ਜਿਵੇਂ ਜਿਹੜੀਆਂ ਅਸੀਂ ਇੱਥੇ ਦੇਖਦੇ ਹਾਂ ਕਿ ਅਕਸਰ ਠੇਕਿਆਂ ਦੇ ਉੱਤੇ ਜੀ ਇਹ ਟੀਚਰਸ ਹੈ, ਇਹ ਬਲੈਕ ਡੌਗ ਹੈ, ਇਹ ਜੀ ਐਂਟੀਕੂਡ ਹੈ, ਜਿਹੜੇ ਇਸ ਤਰ੍ਹਾਂ ਦੇ ਨੇ, ਇਹ ਜਿਵੇਂ ਟੀਚਰ, ਇਹ ਸਕੌਚ 'ਚ ਆਉਂਦੀ ਹੈ ਜਾਂ ਇਹ ਵਿਸਕੀ 'ਚ ਹੈ? ਇਹ ਜਿਹੜੀ ਟੀਚਰ ਹੈ ਸਕੌਚ ਹੀ ਆਉਂਦੀ ਹੈ। ਅੱਛਾ ਜੀ। ਤੇ ਗਲੈਨ ਲਿਵਿਟ ਹੈ, ਜੌਨੀ ਵਾਕਰ ਹੈ, ਸਾਰੀਆਂ ਸਕੌਚਿਸ ਨੇ। ਜਿਹੜੀਆਂ ਆਪਣੀਆਂ ਇੰਡੀਅਨ ਵਿਸਕੀਜ਼ ਨੇ, ਜਿਵੇਂ ਪੀਟਰ ਸਕੌਚ ਹੋ ਗਈ ਜਾਂ ਕੋਈ ਰਾਇਲ ਸਟੈਗ ਹੋ ਗਈ, ਐਂਟੀਕੁਇਟੀ ਹੋ ਗਈ, ਇਹ ਲੋਕਲ ਦਾ ਪਤਾ ਲੱਗ ਗਿਆ। ਤੇ ਹੁਣ ਆਪਾਂ ਇਹ ਜਾਣਨਾ ਚਾਹਾਂਗੇ ਕਿ ਜਿਹੜੀ ਦੇਸੀ ਸ਼ਰਾਬ ਹੈ ਤੇ ਉਸ ਦੇ ਨਾਲ ਵਿਸਕੀ ਹੈ, ਦੋਨਾਂ ਦੀ ਬਣਾਵਟ ਦੇ ਵਿੱਚ ਫਰਕ ਕੀ ਹੈ? ਬਹੁਤ ਫਰਕ ਹੁੰਦਾ ਜੀ। ਬੇਸਿਕਲੀ ਜਿਹੜਾ ਉਹਦਾ ਬੇਸਿਕ ਚੀਜ਼ ਹੈ ਜਦੋਂ ਡਿਸਟਿਲਰੀ 'ਚ ਤਿਆਰ ਹੁੰਦੀ ਹੈ ਉਹ ਸੇਮ ਹੀ ਹੁੰਦੀ ਹੈ। ਐਕਸਟਰਾ ਨਿਊਟਰਲ ਅਲਕੋਹਲ ਹੁੰਦੀ ਹੈ। ਅੱਛਾ। ਉਹਦੀ ਕਾਫੀ ਜ਼ਿਆਦਾ ਉਹ ਐਬਸੋਲੂਟ ਹੁੰਦੀ ਹੈ, 100 ਡਿਗਰੀ ਹੁੰਦੀ ਹੈ। ਲੇਕਿਨ ਉਹਦੇ ਤੋਂ ਫਿਰ ਰਿਡਿਊਸ ਕਰਕੇ ਜਿਹੜੀ ਦੇਸੀ ਸ਼ਰਾਬ ਆ ਉਹਨੂੰ 50 ਡਿਗਰੀ ਤੇ ਲਿਆਇਆ ਜਾਂਦਾ। ਜਿਹੜੀ ਅੰਗਰੇਜ਼ੀ ਆ ਉਹ 75 ਡਿਗਰੀ ਦੀ ਬਣਾਈ ਜਾਂਦੀ ਹੈ। ਜਿਹੜੀ ਦੇਸੀ ਆ ਬੇਸਿਕਲੀ ਉਹਦੇ 'ਚ ਇਹਦੇ ਇਨਗਰੀਡੀਐਂਟਸ ਦਾ ਫਰਕ ਹੁੰਦਾ। ਜਿਹੜੇ ਉਹਦੇ ਵਿੱਚ ਚੀਜ਼ਾਂ ਉਹ ਉੱਥੇ ਬਲੈਂਡਰਸ, ਜਿਹੜੇ ਡਿਸਟਿਲਰੀਆਂ ਦੇ ਵਿੱਚ ਬਲੈਂਡਰ ਹੁੰਦੇ ਆ, ਉਹ ਜਿਹੜੀ ਚੀਜ਼ ਉਹਦੇ 'ਚ ਪਾਉਂਦੇ ਆ, ਉਹ ਹਰੇਕ ਡਿਫਰੈਂਟ ਚੀਜ਼ ਡਿਫਰੈਂਟ ਤਰ੍ਹਾਂ ਦੀ ਸ਼ਰਾਬ ਦੇ ਵਿੱਚ ਪੈਂਦੀ ਹੈ। ਜਿਹੜੀ ਦੇਸੀ ਆ ਉਹਦੇ 'ਚ ਤਾਂ ਬੇਸਿਕਲੀ ਸੰਤਰੇ ਦੀ ਛਿੱਲੜ ਦਾ ਸੱਕ ਪੈਂਦਾ, ਹਰੇ ਬਹਿੜੇ ਪੈਂਦੇ ਆ, 3-4-5 ਚੀਜ਼ਾਂ ਹੁੰਦੀਆਂ ਜਿਹੜੀਆਂ ਉਹਦੇ 'ਚ ਪਾਉਂਦੇ ਆ, ਤੇ ਸਿੰਪਲ ਡਿਸਟੀਲੇਸ਼ਨ ਹੁੰਦੀ ਆ ਉਹਦੀ। ਤੇ ਜਿਹੜੀ ਅੰਗਰੇਜ਼ੀ ਹੁੰਦੀ ਆ ਉਹਦੀ ਡਿਗਰੀ ਵੀ ਜ਼ਿਆਦਾ ਹੁੰਦੀ ਹੈ, ਲੇਕਿਨ ਉਹਦੇ 'ਚ ਪ੍ਰੀਜ਼ਰਵੇਟਿਵ ਪਾਏ ਜਾਂਦੇ ਆ, ਕਲਰ ਪਾਇਆ ਜਾਂਦਾ, ਉਹ ਡਿਫਰੈਂਟ ਹੁੰਦਾ। ਉਹ ਥੋੜਾ ਉਹਦੀ ਮੈਚੂਰੇਸ਼ਨ ਥੋੜੀ ਜ਼ਿਆਦਾ ਕੀਤੀ ਹੁੰਦੀ ਹੈ। ਅੱਛਾ ਜੀ। ਜਿਹੜੀ ਨਕਲੀ ਸ਼ਰਾਬ ਕਹਿ ਦਿੰਦੇ ਆ ਕਿ ਜੀ ਨਕਲੀ ਸ਼ਰਾਬ ਆ, ਉਹ ਕਿਵੇਂ ਤਿਆਰ ਕੀਤੀ ਜਾਂਦੀ ਹੈ? ਨਕਲੀ ਸ਼ਰਾਬ ਜਿਹੜੀ ਨਕਲੀ ਸ਼ਰਾਬ ਇਸ ਤਰ੍ਹਾਂ ਜੀ, ਜਿਵੇਂ ਇੱਕ ਡੀਨੇਚਰ ਸਪਿਰਿਟ ਆਉਂਦੀ ਆ, ਜਾਂ ਹੋਰ ਕਈ ਜਿਹੜੇ ਜਿਵੇਂ ਥਿਨਰ ਆਉਂਦੇ ਆ। ਪਿੱਛੇ ਜੇ ਤੁਹਾਨੂੰ ਪਤਾ ਹੀ ਹੋਣਾ, ਪੰਜਾਬ ਦੇ ਵਿੱਚ ਬੜੀ ਵੱਡੀ ਟ੍ਰੈਜਡੀ ਹੋਈ ਸੀ, ਕਾਫੀ ਲੋਕਾਂ ਦੀਆਂ ਜਾਨਾਂ ਵੀ ਗਈਆਂ। ਲੇਕਿਨ ਉਹਦੇ 'ਚ ਇਹ ਸੀ ਵੀ ਅਸੀਂ ਵੀ ਉਦੋਂ ਮੈਂ ਪੋਸਟਡ ਸੀ ਮੋਹਾਲੀ, ਅਸੀਂ ਡੇਰਾ ਬੱਸੀ ਫੈਕਟਰੀਆਂ ਫੜੀਆਂ, ਮਤਲਬ ਜਿੱਥੇ ਥਿਨਰ ਵੇਚਿਆ ਜਾਂਦਾ ਸੀ ਜਾਂ ਮੈਥਨੋਲ ਵੇਚੀ ਜਾਂਦੀ ਸੀ। ਉਹ ਫਿਰ ਉਹ ਇਹਨਾਂ ਚੀਜ਼ਾਂ ਤੋਂ ਦੁਬਾਰਾ ਬਾਰੋ-ਬਾਰ ਤਿਆਰ ਕਰਕੇ ਫੈਕਟਰੀਆਂ ਲਾ ਕੇ ਤੇ ਉੱਥੋਂ ਬਾਰੋ-ਬਾਰ ਹੀ ਵੇਚਦੇ ਆ। ਤੇ ਉਹ ਫੜੀਆਂ ਕਾਫੀ ਫੈਕਟਰੀਆਂ ਪੰਜਾਬ 'ਚ ਫੜੀਆਂ ਗਈਆਂ, 4-5 ਫੈਕਟਰੀਆਂ ਫੜੀਆਂ। ਜਿਹੜੇ ਪੀਣ ਦੇ ਲਈ ਵਧੀਆ ਕਿਹੜੀ ਆ, ਦੇਸੀ ਦਾਰੂ ਵਧੀਆ ਜਾਂ ਵਿਸਕੀ ਵਧੀਆ? ਕਿਉਂਕਿ ਕਈ ਧਾਰਨਾਵਾਂ ਪਾਈਆਂ ਜਾਂਦੀਆਂ, ਸੁਣਨ ਵਿੱਚ ਆਉਂਦਾ, ਕਹਿੰਦੇ ਜੀ ਇਹ ਪਤਾ ਨਹੀਂ ਅਸਲੀਅਤ ਹੈ ਜਾਂ ਨਹੀਂ, ਤੁਸੀਂ ਦੱਸ ਸਕਦੇ ਹੋ ਕਿ ਤੁਹਾਡਾ ਵਾਹ ਵਾਸਤਾ ਠੇਕੇਦਾਰਾਂ ਰਿਹਾ। ਤੇ ਕਹਿੰਦੇ ਵੀ ਜਿਹੜੇ ਠੇਕੇਦਾਰ ਆ ਉਹ ਖੁਦ ਜੀ ਉਹ ਸੰਤਰਾ ਪੀਂਦੇ ਆ, ਦੇਸੀ ਪੀਂਦੇ ਆ, ਉਹ ਵਿਸਕੀ ਘੱਟ ਪੀਂਦੇ ਆ, ਵਿਸਕੀ ਨੂੰ ਜ਼ਿਆਦਾ ਪਸੰਦ ਨਹੀਂ ਕਰਦੇ। ਇਹਦੇ ਕੀ ਕਾਰਨ ਹੈ ਵੀ ਜਿਹੜੀ ਦੇਸੀ ਹੈ ਉਹ ਸੰਤਰਾ ਵਗੈਰਾ ਜੋ ਆਉਂਦੀਆਂ ਉਹ ਚੰਗੀਆਂ ਹੁੰਦੀਆਂ ਜਾਂ ਦੂਸਰੀ ਚੰਗੀ?
ਗੱਲ ਸਿੱਧੂ ਸਾਹਿਬ ਇਹ ਆ ਵੀ ਮੈਂ ਤਾਂ ਜੇ ਤੁਹਾਡੇ ਚੈਨਲ ਦੇ ਜ਼ਰੀਏ ਪਹਿਲਾਂ ਤਾਂ ਲੋਕਾਂ ਨੂੰ ਇਹੀ ਅਪੀਲ ਕਰੂੰਗਾ ਵੀ ਇਹ ਪੀਣੀ ਹੀ ਨਹੀਂ ਚਾਹੀਦੀ, ਨਾ ਦੇਸੀ ਪੀਣੀ ਠੀਕ ਹੈ। ਚਾਹੀਦੀ ਹੈ ਨਾ ਅੰਗਰੇਜ਼ੀ ਪੀਣੀ ਚਾਹੀਦੀ ਹੈ। ਇਹਦੇ ਤੋਂ ਗਰੇਜ਼ ਹੀ ਕੀਤਾ ਜਾਵੇ ਮਤਲਬ ਤਾਂ ਬੈਟਰ ਹੈ, ਕਿਉਂਕਿ ਕੋਈ ਬਾਲੀ ਵਧੀਆ ਚੀਜ਼ ਤਾਂ ਹੁੰਦੀ ਨਹੀਂ। ਲੇਕਿਨ ਜੇ ਨਹੀਂ ਵੀ ਸਰਦਾ ਤਾਂ ਫਿਰ ਸੈਕੰਡ ਆਪਸ਼ਨ ਆਉਂਦੀ ਹੈ ਜੀ ਵੀ ਤੁਹਾਡੀ ਜੇਬ ਕਿੰਨਾ ਭਾਰ ਚੱਲਦੀ ਹੈ। ਦੇਸੀ ਸ਼ਰਾਬ ਦੀ ਜਿਹੜੀ ਬੋਤਲ ਹੈ ਉਹ ਤਕਰੀਬਨ 200 ਰੁਪਏ ਦੀ ਰੇਂਜ ਹੈ, ਜਿਹੜੀ ਵਿਸਕੀ ਹੈ ਉਹ ਫਿਰ 600 700 1000 1500 ਰੁਪਏ ਤੱਕ ਪਹੁੰਚ ਜਾਂਦੀ ਹੈ, 2000 ਤੱਕ ਵੀ ਪਹੁੰਚ ਜਾਂਦੀ ਹੈ। ਤਾਂ ਫਿਰ ਉਹ ਬੰਦੇ ਦਾ ਕਿੰਨਾ ਉਹਦੀ ਜੇਬ ਭਾਰ ਚੱਲਦੀ ਹੈ ਉਸ ਤੇ ਵੀ ਡਿਪੈਂਡ ਕਰਦਾ। ਥਰਡਲੀ ਥੋੜੀ ਸੋਸਾਇਟੀ ਦਾ ਵੀ ਸਿਸਟਮ ਹੁੰਦਾ ਹੈ। ਕੋਈ ਬੰਦਾ ਕਹਿੰਦਾ ਵੀ ਮੈਂ ਆਹੀ ਪੀਣੀ ਹੈ, ਸਕੌਚ ਹੀ ਪੀਣੀ ਹੈ, ਜਾਂ ਕੋਈ ਕਹਿੰਦਾ ਵੀ ਵਿਸਕੀ ਹੀ ਪੀਣੀ ਹੈ, ਕੋਈ ਕਹਿੰਦਾ ਜਿਹੜੇ ਆਮ ਲੋਕ ਹੁੰਦੇ ਆ, ਲੇਬਰ ਤਬਕਾ ਹੁੰਦਾ, ਉਹ ਦੇਸੀ ਸ਼ਰਾਬ ਤੇ ਜਿਹੜੀ ਗੱਲ ਤੁਸੀਂ ਕਹੀ ਠੇਕੇਦਾਰ ਦੇਸੀ ਪੀਂਦੇ ਆ, ਉਹ ਇੱਕ ਦੋ ਐਗਜ਼ਾਮਪਲਾਂ ਮੈਂ ਸੁਣੀਆਂ ਨੇ ਮਹਿਕਮੇ 'ਚ, ਪਰ ਮੈਂ ਮਤਲਬ ਉਹ ਕੋਈ ਬਾਲੀਆਂ ਪ੍ਰਚਲਿਤ ਚੀਜ਼ਾਂ ਨਹੀਂ ਗੀਆਂ ਹੈ। ਅੱਛਾ ਜੀ। ਡਿਗਰੀ ਘੱਟ ਹੁੰਦੀ ਹੈ, ਉਹ ਬੋਡੀ ਦੇ ਘੱਟ ਇਫੈਕਟ ਪਾਉਂਦੀ ਹੈ। ਅੱਛਾ ਜੀ। ਹਾਂ ਤਾਂ ਉਹ ਲਾਈਟ ਹੁੰਦੀ ਹੈ, ਕਿਉਂਕਿ ਇਹੀ ਹੈ ਨਾ, ਕਹਿੰਦੇ ਵੀ ਜਿਹੜੀ ਜੀ ਦੇਸੀ ਸ਼ਰਾਬ ਹੈ ਉਹ ਜਦੋਂ ਅਸੀਂ ਪੀਂਦੇ ਆ, ਕੋਈ ਸੰਤਰਾ ਵਗੈਰਾ ਜਾਂ ਜਿਹੜੀਆਂ ਹੋਰ ਨਾਂ, ਇਸ ਤਰ੍ਹਾਂ ਬਹੁਤ ਸਾਰੇ ਨਾਂ ਨੇ ਮੇਰਾ ਖਿਆਲ ਹੈ, ਉਹਨਾਂ ਦੇ ਵਿੱਚੋਂ ਜਿਹੜੀ ਹੈ ਦੇਸੀ ਹੈ ਇਹ ਕਹਿੰਦੇ ਵੀ ਜਲਦੀ ਉਤਰ ਜਾਂਦੀ ਹੈ, ਵੀ ਬੰਦੇ ਨੂੰ ਬਹੁਤਾ ਔਖਾ ਨਹੀਂ ਕਰਦੀ। ਕਹਿੰਦੇ ਜਿਹੜੀ ਵਿਸਕੀ ਹੈ ਜੀ ਇਹ ਬਹੁਤ ਦੇਰ ਤੱਕ ਇਹਦਾ ਅਸਰ ਰਹਿੰਦਾ। ਫਿਰ ਕਹਿੰਦੇ ਜਿਹੜਾ ਸਕੌਚ ਹੈ ਜੀ ਉਹਦਾ ਤਾਂ ਬਹੁਤ ਹੀ ਲੰਬਾ ਅਸਰ ਰਹਿੰਦਾ। ਇਸ ਤਰ੍ਹਾਂ ਦੀਆਂ ਧਾਰਨਾਵਾਂ ਪਾਈਆਂ ਜਾਂਦੀਆਂ ਲੋਕਾਂ ਦੇ ਵਿੱਚ। ਹਾਂਜੀ ਸਿੱਧੂ ਸਾਹਿਬ, ਉਹਦੇ 'ਚ ਆਇਆ ਵੀ ਜਿਹੜੀ ਉਹਦਾ ਮੈਚੂਰੇਸ਼ਨ ਪੀਰੀਅਡ ਹੈ ਉਹਦੇ ਹਿਸਾਬ ਨਾਲ ਇਹਦਾ ਅਸਰ ਰਹਿਣਾ ਜੀ ਬੋਡੀ ਤੇ। ਜਿਹੜੀਆਂ ਜ਼ਿਆਦਾ ਮੈਚਿਓਰ ਹੋਣਗੀਆਂ ਲੰਮਾ ਸਮਾਂ ਉਹਨਾਂ ਦਾ ਅਸਰ ਰਹਿੰਦਾ, ਜਿਹੜੀ ਘੱਟ ਮੈਚਿਓਰ ਹੋਊਗੀ ਉਹ ਇਮੀਡੀਏਟਲੀ। ਉਹਦੇ ਤੇ ਲਿਖਿਆ ਹੁੰਦਾ ਹੈ ਜਿਹੜਾ ਮੇਰੇ ਡਿਸਟ੍ਰਿਕਟ ਬੰਗਲੌਰ, ਕਈਆਂ ਤੇ ਕੋਈ ਹੋਰ ਸਟੇਟ ਦੀ ਹੁੰਦੀ ਆ, ਯੂਪੀ ਦੀਆਂ ਵੀ ਹੁੰਦੀਆਂ, ਕਈ ਵਾਰੀ ਕੈਰਲਾ ਦੀਆਂ ਹੁੰਦੀਆਂ। ਇਹਦੇ ਵਿੱਚ ਕੀ ਕਾਰਨ ਆ? ਉਸ ਸਟੇਟ ਦੇ ਵਿੱਚੋਂ ਬਣਦੀ ਨਹੀਂ ਜਾਂ ਉਹਦੀ ਘਾਟ ਹੁੰਦੀ ਹੈ, ਪੰਜਾਬ ਦੇ ਵਿੱਚੋਂ ਨਹੀਂ ਬਣ ਨਹੀਂ ਸਕਦੀ ਜਾਂ ਦੂਸਰੀ ਸਟੇਟ 'ਚੋਂ ਬਣ ਨਹੀਂ ਸਕਦੀ। ਕਈ ਵਾਰੀ ਅਸੀਂ ਦੇਖਿਆ ਕਿ ਅਸੀਂ ਗੋਆ ਜਾਈਏ ਤਾਂ ਉੱਥੇ ਪੰਜਾਬ ਦੀ ਵਿਸਕੀ ਵੀ ਉੱਥੇ ਪਈ ਹੁੰਦੀ ਹੈ, ਮੇਡ ਇਨ ਪੰਜਾਬ ਦੀ, ਉੱਤੇ ਪਰ ਲਿਖਿਆ ਹੁੰਦਾ ਸੇਲ ਓਨਲੀ ਫਾਰ ਕੇਰਲਾ, ਇੱਧਰ ਲਿਖਿਆ ਹੁੰਦਾ ਸੇਲ ਫਾਰ ਇਨ ਪੰਜਾਬ। ਇਹ ਕੀ ਸਿਸਟਮ ਹੈ? ਉਹਦੇ 'ਚ ਆਇਆ ਜੀ ਜਿਹੜੀ ਤਾਂ ਦੇਸੀ ਸ਼ਰਾਬ ਹੈ ਸਿੱਧੂ ਸਾਹਿਬ, ਉਹ ਤਾਂ ਪੰਜਾਬ 'ਚ ਹੀ ਬਣੇਗੀ, ਪੰਜਾਬ 'ਚ ਹੀ ਵਿਕੇਗੀ, ਉਹ ਨਾ ਬਾਹਰੋਂ ਆਉਣੀ ਹੈ ਤੇ ਨਾ ਬਾਹਰ ਜਾਣੀ ਹੈ। ਅੱਛਾ ਜੀ। ਜਿਹੜੀ ਅੰਗਰੇਜ਼ੀ ਸ਼ਰਾਬ ਹੈ ਉਹ ਪੰਜਾਬ ਦੇ ਵਿੱਚ ਵੀ ਬਣਦੀ ਹੈ, ਕਈ ਬ੍ਰਾਂਡਸ ਪੰਜਾਬ 'ਚ ਤਿਆਰ ਹੁੰਦੇ ਆ, ਜਿਵੇਂ ਬਨੂੜ ਡਿਸਟਿਲਰੀ ਦੇ ਵਿੱਚ ਮਕਡਾਵਲ ਦਾ ਸਟਾਕ ਤਿਆਰ ਹੁੰਦਾ, ਆਰਸੀ ਦਾ ਤਿਆਰ ਹੁੰਦਾ, ਬਾਕੀ ਡਿਸਟਿਲਰੀਆਂ ਵੀ ਕਈ ਤਰ੍ਹਾਂ ਦਾ ਸਟਾਕ ਤਿਆਰ ਕਰਦੀਆਂ ਨੇ। ਲੇਕਿਨ ਜਿਹੜੇ ਚੀਜ਼ਾਂ ਇੱਥੇ ਨਹੀਂ ਤਿਆਰ ਹੁੰਦੀਆਂ, ਉਹ ਜਿਹੜੀਆਂ ਬਾਹਰਲੀਆਂ ਸਟੇਟਾਂ ਦੇ ਵਿੱਚ ਉਹ ਸੇਮ ਲੇਬਲ ਦੀ ਸ਼ਰਾਬ ਤਿਆਰ ਹੁੰਦੀ ਹੈ, ਤਾਂ ਉਹ ਉੱਥੋਂ ਇੰਪੋਰਟ ਕੀਤੀ ਜਾਂਦੀ ਹੈ ਡਿਊਟੀ ਭਰ ਕੇ, ਤੇ ਉਹਦੇ ਤੇ ਜਿਹੜਾ ਲੇਬਲ ਲੱਗਦਾ ਫਿਰ ਉਹ ਲੇਬਲ ਪੰਜਾਬ ਗਵਰਨਮੈਂਟ ਦਾ ਹੀ ਲੱਗਦਾ। ਉਹਦੇ ਤੇ ਫਿਰ ਲਿਖਿਆ ਹੁੰਦਾ ਫਾਰ ਸੇਲ ਇਨ ਪੰਜਾਬ ਓਨਲੀ, ਕਿਉਂਕਿ ਉਹਦੀ ਡਿਊਟੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਹੀ ਪੇ ਕੀਤੀ ਹੁੰਦੀ। ਅੱਛਾ ਜੀ। ਉਹ ਜਿਹੜੀ ਤੇ ਫਾਰ ਸੇਲ ਇਨ ਹਰਿਆਣਾ ਲਿਖਿਆ ਗਿਆ ਉਹ ਪੰਜਾਬ 'ਚ ਨਹੀਂ ਵਿਕ ਸਕਦੀ। ਜਿਹੜੀ ਸੋਲਨ ਨੰਬਰ 1 ਦਾ ਭਾਵੇਂ ਉਹ ਬੜੇ ਪੁਰਾਣੀ 'ਚ, ਪਰ ਉਹਦਾ ਬੜਾ ਜਿਹੜਾ ਨਾਂ ਹੈ ਸੋਲਨ ਨੰਬਰ 1 ਦਾ, ਕਿਉਂਕਿ ਸੋਲਨ ਨੰਬਰ 1 ਅੱਜ ਤੱਕ ਵੀ ਲੋਕ ਕਹਿੰਦੇ ਆ ਕਿ ਜੀ ਉਹ ਸੋਲਨ ਬਣਦੀ ਹੈ, ਬੜੇ ਉਹ ਪਹਾੜਾਂ ਦੇ ਵਿੱਚ ਬਣਦੀ ਹੈ, ਉਹਦੇ ਪਾਣੀ ਬੜਾ ਵਧੀਆ ਪੈਂਦਾ ਜੀ, ਉਹਦਾ ਜਿਹੜਾ ਬੜੀ ਅੱਛੀ ਹੈ। ਇਸ ਤਰ੍ਹਾਂ ਹੀ ਜਿਵੇਂ ਆਪਾਂ ਜੇ ਕਹੀਏ 3x ਰੰਮ ਬਾਰੇ ਅੱਜ ਤੱਕ ਇਹ ਧਾਰਨਾ ਪਾਈ ਜਾਂਦੀ ਹੈ, ਓਲਡ ਮੌਕ ਬਾਰੇ, ਕਿਉਂਕਿ ਵਿਦੇਸ਼ਾਂ ਦੇ ਵਿੱਚ ਵੀ ਇਹਦੀ ਡਿਮਾਂਡ ਬੜੀ ਰਹਿੰਦੀ ਹੈ, ਬਾਹਰਲੇ ਵੀ ਆ ਕੇ ਕਈ ਵਾਰੀ ਇੱਥੇ ਕਹਿੰਦੇ ਜੀ ਉਹ ਸਾਨੂੰ ਚਾਹੀਦੀ। ਇਸ ਤਰ੍ਹਾਂ ਪੰਜਾਬ ਦੇ ਵਿੱਚ ਕਿਹੜੀ ਚਰਚਿਤ ਹੈ ਖਾਸ? ਪੰਜਾਬ 'ਚ ਤੁਸੀਂ ਇੱਕ ਤਾਂ ਆਪ ਹੀ ਦੱਸਿਆ ਵੀ ਜਿਹੜੀ ਇਹ ਸੋਲਨ ਨੰਬਰ 1 ਸੀ, ਬੇਸਿਕਲੀ ਇਹ ਸੋਲਨ ਹੀ ਬਣਦੀ ਸੀ ਪਹਿਲਾਂ, ਫਿਰ ਇਹ ਡੇਰਾ ਬੱਸੀ ਵੀ ਬਣਦੀ ਰਹੀ ਹੈ। ਅੱਛਾ। ਤੇ ਜਿਹੜੇ ਬਾਕੀ ਦੇ ਮਕਡਾਵਲ ਵਗੈਰਾ ਬ੍ਰਾਂਡ ਹੈ ਉਹ ਪੰਜਾਬ 'ਚ ਬਣਦੇ ਆ, ਉਹ ਪੰਜਾਬ 'ਚ ਵੀ। ਹਾਂ, ਜਿਹੜੀ ਸਭ ਤੋਂ ਵੱਧ ਸੇਲ ਅੱਜ ਕੱਲ ਤਕਰੀਬਨ ਜੋ ਡਾਟੇ ਦੇ ਹਿਸਾਬ ਨਾਲ ਉਹ ਆਲ ਸੀਜ਼ਨ ਇੱਕ ਸ਼ਰਾਬ ਨਿਕਲੀ ਸੀ 2-3 ਸਾਲ ਪਹਿਲਾਂ, ਉਹ ਇੱਧਰ ਆਪਣਾ ਪੰਜਾਬ ਦੀ ਹੀ ਫੈਕਟਰੀ ਦੀ ਤਿਆਰ ਕੀਤੀ ਵੀ ਹੈ, ਤੇ ਉਹ ਕਾਫੀ ਉਹਦੀ ਸੇਲ ਹੋਈ ਹੈ ਪੰਜਾਬ ਦੇ ਵਿੱਚ। ਅੱਛਾ। ਇਹ ਜਿਹੜੇ ਇਸ ਤਰ੍ਹਾਂ ਦੇ ਆਪਾਂ ਦੇਖਦੇ ਆ ਕਿ ਨਵੇਂ ਬ੍ਰਾਂਡ ਆਉਂਦੇ ਆ, ਹਰ ਸਾਲ ਕੋਈ ਨਾ ਕੁਝ ਨਵੇਂ ਸਾਨੂੰ ਦੇਖਣ ਨੂੰ ਮਿਲਦੇ ਆ। ਉਹ ਪਹਿਲਾਂ ਨਹੀਂ ਹੁੰਦੇ, ਫਿਰ ਇੱਕ ਦਿਨ ਉਹਦੇ 'ਚ ਬੜੀਆਂ ਅਟਰੈਕਸ਼ਨਸ ਵੀ ਹੁੰਦੀਆਂ, ਗਿਫਟ ਹੁੰਦੇ ਆ ਨਾਲ, ਉਹਦੀ ਐਡ ਵੀ ਕੀਤੀ ਜਾਂਦੀ ਹੈ ਚੈਨਲ ਦੇ ਉੱਤੇ, ਮੀਡੀਆ ਰਾਹੀਂ ਕੀਤੀ ਜਾਂਦੀ ਹੈ।
ਤੇ ਉਹ ਜਿਹੜੇ ਨਵੇਂ ਬ੍ਰਾਂਡ ਆਉਂਦੇ ਆ, ਇੱਕ ਵਾਰ ਉਹਨਾਂ ਤੇ ਕਿਹਾ ਜਾਂਦਾ ਜੀ ਬਹੁਤ ਵਧੀਆ ਵਿਸਕੀ ਨਵੀਂ ਆਈ ਹੈ, ਬਹੁਤ ਵਧੀਆ, ਤੇ ਫਿਰ ਹੌਲੀ ਹੌਲੀ 2 4 5 6 ਮਹੀਨੇ ਬਾਅਦ ਜਾਂ ਸਾਲ ਬਾਅਦ ਲੋਕ ਉਹ ਤਾਂ ਫੇਡ ਅਪ ਹੋ ਜਾਂਦੇ ਆ ਤੇ ਕਹਿਣ ਲੱਗ ਜਾਂਦੇ ਆ ਬਸ ਜੀ ਇਹਦੇ ਚ ਹੁਣ ਮਿਲਾਵਟ ਹੋਣ ਲੱਗ ਗਈ, ਬਹੁਤ ਜ਼ਿਆਦਾ ਲੋਕ ਪੀਣ ਲੱਗ ਗਏ ਆ, ਇਸ ਕਰਕੇ ਇਹ ਹੁਣ ਠੀਕ ਨਹੀਂ ਰਹੀ ਤੇ ਇਹਨੂੰ ਬੰਦ ਕਰ ਦਿਓ। ਇਹ ਵਾਕਈ ਇਸ ਤਰ੍ਹਾਂ ਦੀ ਇਹ ਹੁੰਦੀ ਆ ਕੋਈ ਗੱਲ, ਜਾਂ ਵੈਸੇ ਲੋਕਾਂ ਦੀਆਂ ਬਣਾਈਆਂ ਹੋਈਆਂ ਗੱਲਾਂ ਹੀ ਨੇ? ਦੇਖੋ ਜੀ, ਮੋਸਟਲੀ ਤਾਂ ਇਹ ਲੋਕਾਂ ਦੀਆਂ ਬਣਾਈਆਂ ਹੋਈਆਂ ਗੱਲਾਂ। ਬੇਸਿਕਲੀ ਜਿਹੜੀ ਅੰਗਰੇਜ਼ੀ ਸ਼ਰਾਬ ਦਾ ਕੋਟਾ ਹੈ ਪੰਜਾਬ ਦੇ ਵਿੱਚ, ਉਹ ਜੋ ਅਸੀਂ ਦੇਖਿਆ ਜਿਹੜਾ ਫਿਗਰ ਵਰਕ ਸੀ, ਉਹਦੀ ਜਿਹੜੀ ਲਾਗਤ 70-75% ਹੈ। ਹਾਂਜੀ। ਜਿਹੜੇ ਮਤਲਬ ਜਿਹੜੇ ਠੇਕੇ ਦਾ ਕੋਟਾ 100 ਬੋਤਲ ਦਾ, ਤਾਂ ਉੱਥੇ 75 ਬੋਤਲਾਂ ਲੱਗਦੀਆਂ ਜਾਂ ਕਿਤੇ 80 ਲੱਗਦੀਆਂ। ਕਈ ਥਾਵਾਂ ਤਾਂ ਇਹੋ ਜਿਹੀਆਂ ਵੀ ਜਿਹੜੇ ਛੋਟੇ ਸ਼ਹਿਰ ਆ ਉੱਥੇ ਇੰਨੀਆਂ ਵੀ ਨਹੀਂ ਲੱਗਦੀਆਂ। ਤਾਂ ਉਹਦੇ 'ਚ ਮਿਲਾਵਟੀ ਸ਼ਰਾਬ ਦਾ ਤਾਂ ਕੋਈ ਉਹਦੇ 'ਚ ਸਵਾਲ ਹੀ ਪੈਦਾ ਨਹੀਂ ਹੁੰਦਾ, ਕਿਉਂਕਿ ਜਦੋਂ ਆਪ ਕੋਟੇ ਦੀ ਹੀ ਸ਼ਰਾਬ ਨਹੀਂ ਵਿਕਦੀ ਤਾਂ ਮਿਲਾਵਟ ਦਾ ਕਰਨ ਦਾ ਉਹਦੇ 'ਚ ਕੋਈ ਆਈਡੀਆ ਬਣਦਾ ਨਹੀਂ। ਔਰ ਮੋਸਟਲੀ ਬਾਕੀ ਮਹਿਕਮੇ ਵੱਲੋਂ ਬੜੀ ਚੈਕਿੰਗ ਕੀਤੀ ਜਾਂਦੀ ਹੈ ਡੇ ਟੂ ਡੇ ਲੈਵਲ ਤੇ ਇਸ ਸੰਬੰਧ ਦੇ ਵਿੱਚ। ਤਾਂ ਕੋਈ ਐਸਾ ਚੀਜ਼ ਮਹਿਕਮਾ ਅਲਾਉ ਨਹੀਂ ਕਰਦਾ ਬਿਲਕੁਲ ਵੀ, ਕਿਉਂਕਿ ਬੜੀਆਂ ਹਾਰਸ਼ ਪੈਨਲਟੀਜ਼ ਨੇ। ਤੇ ਨਾ ਹੀ ਕੋਈ ਠੇਕੇਦਾਰ, ਕਿਉਂਕਿ ਬੇਸਿਕਲੀ ਜਦੋਂ ਆਪਾਂ ਦੇਖਦੇ ਹਾਂ ਵੀ ਕਿਤੇ ਕੋਈ ਮਿਲਾਵਟ ਹੋਣ ਲੱਗ ਜਾਂਦੀ ਹੈ, ਇਕੱਲੇ ਕੋਈ ਕਿਸੇ ਵੀ ਚੀਜ਼ ਜਿਹੜੀ ਘਰੇ ਵਰਤੀ ਜਾਂਦੀ ਹੈ, ਤਾਂ ਲੋਕ ਫਿਰ ਉੱਥੋਂ ਖਰੀਦਣਾ ਬੰਦ ਕਰ ਦਿੰਦੇ ਆ। ਉਹ ਇਸ ਕਰਕੇ ਜੇ ਸ਼ਰਾਬ 'ਚ ਵੀ ਕੋਈ ਮਿਲਾਵਟ ਕਰੂਗਾ ਤਾਂ ਅਲਟੀਮੇਟਲੀ ਫਿਰ ਉਹ ਠੇਕੇ ਦੀ ਸੇਲ ਖਤਮ ਹੋ ਜੂਗੀ। ਹਾਂਜੀ। ਨਹੀਂ, ਇਹ ਮਿਲਾਵਟ ਦੀ ਜੇ ਆਪਾਂ ਗੱਲ ਕਰੀਏ ਤਾਂ ਮਿਲਾਵਟ ਹੁੰਦੀ ਹੈ, ਜਿਵੇਂ ਕਿ ਨਾ ਕਈ ਕਹਿੰਦੇ ਜੀ ਪਹਿਲਾਂ ਪੁਰਾਣੇ ਜ਼ਮਾਨੇ ਅਸੀਂ ਦੇਖਦੇ ਹਾਂ, ਪੁਰਾਣੇ ਸਮਿਆਂ ਤੋਂ, ਉਦੋਂ ਕੀ ਹੁੰਦਾ ਸੀ ਕਿ ਜਿਹੜੀ ਸ਼ਰਾਬ ਆ ਉਸਦੇ ਜਿਹੜੇ ਉੱਤੇ ਢੱਕਣ ਆਉਂਦੇ ਸੀ, ਤੇ ਡਾਟਾ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਢੱਕਣ ਕਹਿ ਦਿੰਦੇ ਹਾਂ, ਉਹ ਲੋਹੇ ਦੇ ਹੁੰਦੇ ਸੀ ਤੇ ਉਹਦੇ ਤੇ ਥੱਲੇ ਸੂਆ ਫੇਰ ਕੇ ਤੇ ਉਦੋਂ ਖੋਲ ਕੇ ਉਹ 'ਚ ਪਾਣੀ ਪਾ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਦੀ ਮਿਲਾਵਟ ਹੁੰਦੀ ਸੀ ਕਿਸੇ ਟਾਈਮ। ਤੇ ਫਿਰ ਉਸ ਤੋਂ ਬਾਅਦ ਦੂਸਰੇ ਢੱਕਣ ਆਏ ਜਿਨ੍ਹਾਂ ਦੇ ਵਿੱਚ ਕਹਿੰਦੇ ਜੀ ਇਹ ਜਿਹੜੇ ਇਹ ਨਹੀਂ ਬਦਲੇ ਜਾ ਸਕਦੇ, ਇਹਦੇ ਵਿੱਚ ਦੁਬਾਰਾ ਨਹੀਂ ਪਾਈ ਜਾ ਸਕਦੀ, ਕਿਉਂਕਿ ਉਹ ਪਲਾਸਟਿਕ ਦੇ ਆਉਣ ਲੱਗੇ, ਉਹ ਸੀਲਡ ਹੁੰਦੇ ਸੀ। ਤਾਂ ਫਿਰ ਬਾਅਦ 'ਚ ਪਤਾ ਲੱਗਾ ਕਿ ਨਹੀਂ ਜੀ, ਉਹ ਵੀ ਡੁਪਲੀਕੇਟ ਮਿਲ ਜਾਂਦੇ ਆ, ਉਹ ਵੀ ਇਸ ਤਰ੍ਹਾਂ ਭਰਤੀ। ਇਸ ਤਰ੍ਹਾਂ ਦੀ ਇਹ ਹੈ ਵਾਕਈ ਕਰਦੇ ਆ ਜਾਂ ਨਹੀਂ ਕੀਤਾ ਜਾਂਦਾ? ਐਕਚੁਅਲੀ ਤਾਂ ਪਹਿਲਾਂ ਤਾਂ ਡਿਸਟਿਲਰੀਜ਼ ਦੇ ਵਿੱਚ ਹੀ ਸਿੱਧੂ ਸਾਹਿਬ, ਜਦੋਂ ਪੁਰਾਣੇ ਸਮਿਆਂ ਦੇ ਵਿੱਚ ਜਿਹੜੀਆਂ ਡਿਸਟਿਲਰੀਆਂ ਸੀ, ਉੱਥੇ ਸਾਰਾ ਕੰਮ ਮੈਨੂਅਲੀ ਹੁੰਦਾ ਸੀ। ਉੱਥੇ ਜਿਹੜੀ ਕੈਪ ਸੀਲ ਵੀ ਮੈਨੂਅਲੀ ਲੱਗਦੀ ਸੀ, ਲੇਬਲ ਵੀ ਮੈਨੂਅਲ ਲੱਗਦਾ ਸੀ। ਲੇਕਿਨ ਹੌਲੀ ਹੌਲੀ ਜਿਉਂ ਟੈਕਨੋਲੋਜੀ ਵਧੀ, ਹੁਣ ਸਾਰਾ ਫੁੱਲੀ ਆਟੋਮੈਟਿਕ ਸਿਸਟਮ ਹੈ। ਹੁਣ ਕੈਪ ਸੀਲ ਜਿਹੜੀ ਆ ਜਾਂ ਉਹਦੇ ਵਿੱਚ ਜੋ ਲੇਬਲ ਹੈ, ਉਹ ਸਾਰਾ ਮਕੈਨੀਕਲੀ ਲੱਗਦਾ। ਹਾਂਜੀ। ਤੇ ਜਿਹੜੀ ਕੋਈ ਪਾਣੀ ਪਾਉਣ ਦੀਆਂ ਘਟਨਾਵਾਂ, ਇਹ ਬੇਸਿਕਲੀ ਇਹ ਕਿਸੇ ਠੇਕੇਦਾਰਾਂ ਦੇ ਲੈਵਲ ਤੱਕ ਮਹਿਕਮੇ 'ਚ ਨਹੀਂ ਬਾਹਲਾ ਦੇਖਿਆ। ਲੇਕਿਨ ਕਈ ਜਿਹੜੇ ਦੂਰ ਦਰਾਡੇ ਠੇਕੇ ਹੁੰਦੇ ਆ, ਤਾਂ ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰਦਾ ਵੀ ਉੱਥੇ ਜਿਹੜੇ ਸੇਲਸਮੈਨ ਨੇ, ਉਹ ਕਈ ਵਾਰੀ ਇਹ ਜੀ ਕੋਈ ਗਲਤ ਹਰਕਤ ਕਰ ਦਿੰਦੇ ਆ। ਲੇਕਿਨ ਉਹ ਠੇਕੇਦਾਰ ਆਪ ਦੇ ਲੈਵਲ ਤੇ ਵੀ ਉਹਨਾਂ ਨੂੰ ਬਹੁਤ ਚੈੱਕ ਕਰਦੇ, ਤੇ ਮਹਿਕਮਾ ਵੀ ਪੀਣੀ ਸਿਹਤ ਲਈ ਹਾਨੀਕਾਰਕ ਹੈ, ਇਹਦੇ ਵਿੱਚ ਤਾਂ ਕੋਈ ਸ਼ੱਕ ਹੀ ਨਹੀਂ। ਪਰ ਫਿਰ ਵੀ ਜਿਹੜੇ ਹੈ ਜਨਤਾ ਉਹਨਾਂ ਦੀ ਦਿਨੋਂ ਦਿਨ ਜਿਹੜੀ ਇਸ ਦੀ ਹੈ ਲਾਗਤ ਹੈ, ਇਸ ਦੇ ਜਿਹੜੇ ਪੀਣ ਵਾਲੇ ਸ਼ੌਕੀਨ ਨੇ, ਉਹਨਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਪਰ ਫਿਰ ਵੀ ਤੁਸੀਂ ਇਹ ਦੱਸੋ ਕਿ ਪੰਜਾਬ ਦੇ ਵਿੱਚ ਵਿਸਕੀ ਦੀ ਲਾਗਤ ਵੱਧ ਹੁੰਦੀ ਹੈ ਜਾਂ ਦੇਸੀ ਦੀ ਲਾਗਤ ਵੱਧ ਹੁੰਦੀ ਹੈ? ਕਿਹੜੀ ਜ਼ਿਆਦਾ ਪੀਤੀ ਜਾਂਦੀ ਹੈ ਤੁਹਾਨੂੰ? ਪੰਜਾਬ 'ਚ ਦੇਸੀ ਸ਼ਰਾਬ ਦਾ ਕੋਟਾ ਬਹੁਤ ਜ਼ਿਆਦਾ ਹੈ ਜੀ। ਦੇਸੀ ਸ਼ਰਾਬ ਸਾਰੀ ਲੱਗ ਜਾਂਦੀ ਹੈ, ਇਸ ਲਈ ਦੇਸੀ ਦੀ ਲੋਕ ਐਕਚੁਅਲੀ ਜਿਹੜਾ ਰੂਰਲ ਬੇਸ ਆਪਣਾ, ਹਾਂਜੀ, ਪਿੰਡਾਂ ਦਾ ਬੇਸ ਹੈ, ਉਹ ਮੈਕਸੀਮਮ ਪਾਪੂਲੇਸ਼ਨ ਆਪਣੀ ਉੱਥੇ ਰਹਿੰਦੀ ਹੈ ਤੇ ਉੱਥੇ ਹੀ ਜ਼ਿਆਦਾ ਕੰਜ਼ੰਪਸ਼ਨ ਹੈ, ਤੇ ਦੇਸੀ ਸ਼ਰਾਬ ਹੀ ਉੱਥੇ ਜ਼ਿਆਦਾ ਵਿਕਦੀ ਹੈ। ਅੱਛਾ। ਸੋ ਜਿਹੜੀ ਅੰਗਰੇਜ਼ੀ ਸ਼ਰਾਬ ਹੈ ਮੋਸਟਲੀ ਵੱਡੇ ਸ਼ਹਿਰਾਂ ਦੇ ਵਿੱਚ ਚੱਲਦੀ ਹੈ, ਲੇਕਿਨ ਜਿਹੜੀ ਮੈਕਸੀਮਮ ਕੰਜ਼ੰਪਸ਼ਨ ਹੈ ਉਹ ਦੇਸੀ ਸ਼ਰਾਬ ਦੀ। ਅੱਛਾ। ਤੇ ਇਹਦੇ ਨਾਲ ਜਿਹੜੀ ਸਭ ਤੋਂ ਜੇ ਆਪਾਂ ਲਾਈਏ, ਜੇ ਡਾਟਾ ਇਕੱਠਾ ਕਰੀਏ, ਕਿਉਂਕਿ ਤੁਸੀਂ ਤਾਂ ਰਹੇ ਹੋ ਇਸ ਵਿਭਾਗ ਦੇ, ਤੁਹਾਨੂੰ ਸਾਰਾ ਪਤਾ ਹੋਣਾ, ਕਿਉਂਕਿ ਪੰਜਾਬ ਦੇ ਵਿੱਚ ਜਿਵੇਂ ਆ ਸਭ ਤੋਂ ਵੱਧ ਕਿਹੜੇ ਜ਼ਿਲ੍ਹੇ ਦੇ ਵਿੱਚ ਇਹਦੀ ਲਾਗਤ ਹੁੰਦੀ ਹੈ? ਦੇਖੋ ਸਿਰਫ ਜੇ ਆਪਾਂ ਦੇਖੀਏ ਪੀਣ ਦੇ ਹਿਸਾਬ ਨਾਲ ਇਹੋ ਜਿਹਾ ਤਾਂ ਕੋਈ ਡਾਟਾ ਨਹੀਂ ਹੁੰਦਾ, ਲੇਕਿਨ ਜਿਹੜਾ ਜਿਵੇਂ ਲੁਧਿਆਣੇ ਦਾ ਕੋਟਾ ਬਹੁਤ ਜ਼ਿਆਦਾ ਹੈ, ਹਾਂਜੀ, ਤਾਂ ਨੈਚੁਰਲੀ ਫਿਰ ਉਹ ਸਾਰੀ ਸ਼ਰਾਬ ਲੁਧਿਆਣੇ ਦੀ ਜੇ ਬਾਹਰਲੇ ਲੋਕ ਵੀ ਕੋਈ ਖਰੀਦ ਕੇ ਲੈ ਕੇ ਜਾਂਦਾ ਤਾਂ ਉਹ ਐਕਚੁਅਲੀ ਕੰਜ਼ੰਪਸ਼ਨ ਤਾਂ ਫਿਰ ਉਹ ਵੱਡੇ ਸ਼ਹਿਰ ਦੀ ਵੱਧ ਜਾਂਦੀ ਹੈ। ਹਾਂਜੀ। ਨਾ ਤੁਸੀਂ ਹੁਣ ਕੋਟੇ ਦੀ ਗੱਲ ਕੀਤੀ ਹੈ, ਕੋਟਾ ਕੀ ਹੁੰਦਾ ਹੈ? ਕੋਟਾ ਇਹ ਹੁੰਦਾ ਜੀ, ਜਦੋਂ ਅਸੀਂ ਕੋਈ ਵੀ ਠੇਕੇ ਦਾ ਗਰੁੱਪ, ਹਾਂਜੀ, ਜਦੋਂ ਸੇਲ ਕਰਨਾ ਹੁੰਦਾ ਮਹਿਕਮੇ ਨੇ, ਤਾਂ ਉਹਦਾ ਪਹਿਲਾਂ ਤਾਂ ਗਰੁੱਪ ਬਣਾਇਆ ਜਾਂਦਾ। ਗਰੁੱਪ ਦੇ ਵਿੱਚ ਉਹਦੀ ਪਹਿਲਾਂ ਨਿਰਧਾਰਿਤ ਕੀਮਤ ਨਿਰਧਾਰਿਤ ਕੀਤੀ ਜਾਂਦੀ ਹੈ ਵੀ ਇਹ 5 ਤੋਂ 6 ਕਰੋੜ ਦਾ ਗਰੁੱਪ ਬਣਨਾ। ਫਿਰ ਉਹਦੇ 'ਚ ਨੰਬਰ ਆਫ ਇਵੈਂਟਸ ਦੇਖੇ ਜਾਂਦੇ ਜਿਹੜੇ ਜਿਓਗ੍ਰਾਫੀਕਲੀ ਇੱਕ ਦੂਜੇ ਦੇ ਨਾਲ ਲੱਗਦੇ, ਹੁਣ ਉਹ ਇੱਕ ਗਰੁੱਪ ਦੇ ਵਿੱਚ ਪਾਏ ਜਾਂਦੇ ਆ।
ਅੱਛਾ ਜੀ। ਤਾਂ ਉਹ ਗਰੁੱਪ ਦਾ ਫਿਰ ਜਦੋਂ ਅਸੀਂ ਉਹਦਾ ਰੈਵਨਿਊ ਫਿਕਸ ਕਰਨਾ ਤਾਂ ਉਹ ਦੇਸੀ, ਅੰਗਰੇਜ਼ੀ ਤੇ ਬੀਅਰ ਦਾ ਜਿਹੜਾ ਕੋਟਾ ਫਿਕਸ ਕਰਕੇ ਉਹਦਾ ਰੈਵਨਿਊ, ਜਿਵੇਂ ਕੋਈ ਠੇਕਾ 7 ਕਰੋੜ ਦਾ ਤੇ ਉਹਦੇ ਚ ਕਿੰਨਾ ਰੈਵਨਿਊ ਦੇਸੀ ਸ਼ਰਾਬ ਦਾ, ਕਿੰਨਾ ਅੰਗਰੇਜ਼ੀ ਦਾ, ਕਿੰਨਾ ਬੀਅਰ ਦਾ, ਉਹਨਾਂ ਦੀਆਂ ਹਾਂਜੀ। ਅਲੱਗ-ਅਲੱਗ ਡਿਊਟੀਜ਼ ਜਿਹੜੀਆਂ ਫਿਕਸ ਨੇ, ਉਹ ਉਸ ਅੱਛਾ ਜੀ। ਹਿਸਾਬ ਨਾਲ ਉਹਨੂੰ ਕੈਲਕੂਲੇਟ ਕਰਕੇ ਟੋਟਲ, ਹਾਂਜੀ। ਤਾਂ ਉਹਦਾ ਫਿਰ ਫਿਕਸ ਕਰ ਦੇਈਦਾ ਵੀ ਇਸ ਸ਼ਰਾਬ ਦਾ ਬੇਸਿਕਲੀ ਜਿਹੜਾ ਕੋਟਾ, ਵੈਸੇ ਤਾਂ ਪਿਛਲੀ ਕੰਜ਼ੰਪਸ਼ਨ ਦੇ ਹਿਸਾਬ ਨਾਲ ਕੀਤਾ ਜਾਂਦਾ, ਜਿੰਨੀ ਠੇਕੇ ਤੇ ਸੇਲ ਹੋਈ ਹੁੰਦੀ ਹੈ, ਹਾਂਜੀ। ਉਹ ਠੇਕੇ ਦੀ ਸੇਲ ਨੂੰ ਬੇਸ ਮੰਨ ਕੇ ਹੀ ਅਸੀਂ ਉਹਦਾ ਕੋਟਾ ਫਿਕਸ ਕਰਦੇ ਹਾਂ ਤੇ ਉਹਦਾ ਰੈਵਨਿਊ ਜਿਹੜਾ ਨਿਰਧਾਰਿਤ ਕੀਤਾ ਜਾਂਦਾ। ਤੇ ਉਹ ਉਸ ਹਿਸਾਬ ਨਾਲ ਫਿਰ ਉਹਦਾ ਪਤਾ ਹੁੰਦਾ ਵੀ ਦੇਸੀ ਸ਼ਰਾਬ ਦਾ ਇੰਨਾ ਕੋਟਾ, ਇੰਨੀ ਡਿਊਟੀ ਬਣਦੀ ਹੈ, ਅੰਗਰੇਜ਼ੀ ਸ਼ਰਾਬ ਦਾ ਇੰਨਾ ਕੋਟਾ, ਉਹਦੀ ਇੰਨੀ ਡਿਊਟੀ ਬਣਦੀ ਹੈ, ਬੀਅਰ ਦਾ ਇੰਨਾ ਕੋਟਾ, ਇਹਦਾ ਉਹ ਫਿਰ ਉਹ ਡਿਵਾਈਡ ਹੁੰਦਾ ਵੀ ਇਨ ਦਾ ਮੰਥ ਆਫ ਅਪ੍ਰੈਲ ਤੂੰ ਠੇਕੇਦਾਰ ਇੰਨਾ ਕੋਟਾ ਚੱਕ ਸਕਦਾ, ਇਨ ਦਾ ਮੰਥ ਆਫ ਮਈ ਉਹਦਾ ਕਿੰਨਾ ਕੋਟਾ ਚੱਕ ਸਕਦਾ, ਉਹ ਉਹਦੀ ਮਹੀਨਾ ਵਾਈਜ਼ ਜਿਹੜਾ ਉਹ ਸਾਰੀ ਕੈਲਕੂਲੇਸ਼ਨ ਕੀਤੀ ਹੁੰਦੀ। ਅੱਛਾ, ਇਹ ਦੱਸੋ ਵੀ ਮੰਨ ਲਓ ਕਿਸੇ ਨੂੰ ਕੋਟਾ ਨਿਰਧਾਰਿਤ ਕਰਤਾ ਠੇਕੇ ਦੇ ਹਿਸਾਬ ਦੇ ਨਾਲ, ਉਹਨੂੰ ਮੰਨ ਲਓ ਵੀ ਤੁਸੀਂ 1000 ਬੋਤਲ ਕਿਸੇ ਠੇਕੇਦਾਰ ਨੂੰ ਨਿਰਧਾਰਿਤ ਕਰਤਾ, ਤੇ ਉਹਦੀ 1000 ਜਿਹੜੀ ਆ ਉਹ ਮੰਨ ਲਓ 4-5 ਮਹੀਨਿਆਂ ਦੇ ਵਿੱਚ ਵਿਕ ਜਾਂਦੀ ਹੈ, ਤੇ ਉਸ ਤੋਂ ਬਾਅਦ ਫਿਰ ਉਹ ਕੀ ਕਰਦਾ? ਉਸ ਤੋਂ ਬਾਅਦ ਉਹਦੇ ਕੋਲੇ ਐਡੀਸ਼ਨਲ ਕੋਟੇ ਦੀ ਆਪਸ਼ਨ ਹੁੰਦੀ ਹੈ ਜੀ। ਸਾਡੇ ਇੱਕ ਐਡੀਸ਼ਨਲ ਕੋਟਾ ਦੀ ਹੈਗੀ ਸਕੀਮ, ਪਾਲਿਸੀ, ਐਕਸਾਈਜ਼ ਪਾਲਿਸੀ ਦੇ ਵਿੱਚ, ਤਾਂ ਉਹ ਐਡੀਸ਼ਨਲ ਕੋਟੇ ਦੇ ਪਰਮਿਟ ਬਣਾ ਸਕਦਾ ਫਿਰ। ਜਾਂ ਕਈ ਵਾਰੀ ਜਿਵੇਂ ਹੁਣ ਤੁਸੀਂ ਦੱਸਿਆ ਵੀ ਮਤਲਬ ਇੱਕ ਬੰਦੇ ਦਾ 1000 ਬੋਤਲ ਦਾ ਕੋਟਾ, ਉਹਦੀ 1200 ਬੋਤਲ ਲੱਗਦੀ ਹੈ, ਠੀਕ ਹੈ, ਉਹਨੂੰ 200 ਬੋਤਲ ਐਕਸਟਰਾ ਚਾਹੀਦੀ ਆ। ਲੇਕਿਨ ਕਈ ਇਹੋ ਜਿਹੇ ਵੀ ਗਰੁੱਪ ਹੋਣਗੇ ਪੰਜਾਬ ਦੇ ਵਿੱਚ ਜਿੱਥੇ 1000 ਬੋਤਲ ਦਾ ਕੋਟਾ ਤੇ ਉੱਥੇ 800 ਬੋਤਲ ਹੀ ਲੱਗਦੀ ਹੈ। ਉਹ ਫਿਰ ਮਹਿਕਮੇ ਨੇ ਐਕਸਾਈਜ਼ ਪਾਲਿਸੀ ਦੇ ਵਿੱਚ ਪਾਇਆ ਗਿਆ ਵੀ ਉਹ ਜਿਹੜਾ ਵਿੱਚ ਜਿਹਦੇ ਕੋਲ ਬਚਦਾ ਉਹ ਮਹਿਕਮੇ ਨੂੰ ਐਪਲੀਕੇਸ਼ਨ ਦੇਗਾ ਵੀ ਮੇਰਾ ਇੰਨਾ ਕੋਟਾ ਬਚਦਾ ਤੇ ਫਲਾਨੀ ਜਗ੍ਹਾ ਤੇ ਇੰਨਾ ਲੱਗਦਾ, ਵੀ ਉਹ ਮੈਥੋਂ ਖਰੀਦਣ ਨੂੰ ਤਿਆਰ ਆ, ਇਹਦੀ ਡਿਊਟੀ ਭਰੀ ਵੀ ਹੈ। ਉਹ ਫਿਰ ਮਹਿਕਮੇ ਨੂੰ ਦੱਸ ਕੇ ਉੱਥੋਂ ਪਰਮਿਟ ਬਣ ਕੇ ਉਹ ਜਿਹੜੀ ਸ਼ਰਾਬ ਦੀ ਉਹ ਸਟਾਕ ਟ੍ਰਾਂਸਫਰ ਹੋ ਜਾਂਦੀ ਹੈ। ਅੱਛਾ, ਫਿਰ ਉਹ ਵੀ ਉਹਨੂੰ ਵੇਚ ਸਕਦਾ ਉਹ, ਹਾਂਜੀ, ਉਹਨੂੰ ਫਿਰ ਬਿਲਕੁਲ ਉਹ ਲੀਗਲ ਵੇ ਹੈ, ਉਹ ਤਾਂ ਮਤਲਬ ਡਿਪਾਰਟਮੈਂਟ ਦੇ ਥਰੂ, ਡਿਪਾਰਟਮੈਂਟ ਦੀਆਂ ਡਿਊਟੀ ਸਾਰੀਆਂ ਭਰ ਕੇ ਉਹ ਫੇਰ ਹੀ ਸਟਾਕ ਟ੍ਰਾਂਸਫਰ ਹੁੰਦਾ। ਅੱਛਾ, ਫਿਰ ਇਹ ਠੇਕੇ ਮਿਲਦੇ ਕਿਵੇਂ ਹੈ? ਜੇ ਮੰਨ ਲਓ ਠੇਕੇਦਾਰ ਬਣਨਾ ਹੋਵੇ, ਬਹੁਤ ਸਾਰੀ ਤਮੰਨਾ ਹੁੰਦੀ ਹੈ ਜੀ ਇਸ ਮੈਂ ਕੰਮ ਦੇ ਵਿੱਚ ਪੈਣਾ, ਮੈਂ ਠੇਕੇਦਾਰ ਬਣਨਾ, ਤਾਂ ਠੇਕੇਦਾਰ ਬਣਨ ਵਾਸਤੇ ਬੰਦਾ ਕੀ ਕਰ ਸਕਦਾ? ਕੀ ਇਹਦੇ ਉਹਦੀ ਵਿੱਚ ਆਇਆ ਸ਼ੁਰੂਆਤ ਕੀ ਕਰੇ? ਮੋਸਟਲੀ ਜਨਵਰੀ ਦੇ ਐਂਡ 'ਚ ਜਾਂ ਫੈਬਰੂਅਰੀ ਦੇ ਪਹਿਲੇ 10-15 ਦਿਨ ਦੇ ਵਿੱਚ ਸਟੇਟ ਦੀ ਐਕਸਾਈਜ਼ ਪਾਲਿਸੀ ਡਿਕਲੇਅਰ ਹੁੰਦੀ ਹੈ। ਉਹਦੇ 'ਚ ਜਿਹੜੀ ਪ੍ਰੈਜ਼ੈਂਟ ਪਾਲਿਸੀ ਆ ਉਹ ਇਹ ਆ ਵੀ ਤੁਹਾਨੂੰ ਦੱਸਿਆ ਜਿਵੇਂ ਮੈਂ ਵੀ 5-6 ਤੋਂ 7-8 ਕਰੋੜ ਤੱਕ ਦਾ ਗਰੁੱਪ ਬਣਦਾ, ਉਹਦੇ ਤੇ ਅਸੀਂ ਐਪਲੀਕੇਸ਼ਨਾਂ ਮੰਗਦੇ ਹਾਂ ਵੀ ਜਿਹਨੇ ਵੀ ਐਪਲੀਕੇਸ਼ਨ ਪਾਉਣੀ ਹੈ ਉਹ ਇਹਦੇ ਤੇ ਐਪਲੀਕੇਸ਼ਨ ਪਾ ਸਕਦਾ। ਉਹ ਆਪਣੀ ਇੱਕ ਐਪਲੀਕੇਸ਼ਨ ਦੀ ਜਿਹੜੀ ਫੀਸ ਹੁੰਦੀ ਹੈ 15 ਜਾਂ 20,000 ਰੁਪਇਆ ਫਿਕਸ ਹੈ, ਤਾਂ ਉਹ ਐਪਲੀਕੇਸ਼ਨ ਪਾ ਕੇ ਫਿਰ ਉਹਦਾ ਡਰਾ ਆਫ ਲੋਟਸ ਕੱਢਿਆ ਜਾਂਦਾ ਜੀ। ਅੱਛਾ, ਹਾਂ, ਉਹ ਬਿਲਕੁਲ ਟਰਾਂਸਪੇਰੈਂਟ ਸਿਸਟਮ 'ਚ ਉੱਥੇ ਪੂਰਾ ਅਨਾਉਂਸ ਕਰਕੇ ਵੀ ਕਿਹਦੀ ਸਲਿੱਪ ਆਈ ਹੈ, ਫਿਰ ਉੱਥੇ ਦੱਸਿਆ ਜਾਂਦਾ ਵੀ ਆਹ ਸਲਿੱਪਾਂ ਐਸ ਗਰੁੱਪ ਵਾਸਤੇ ਆਈਆਂ, ਜਿਹਨੂੰ ਲੋੜ ਹੈ ਉਹ ਚੈੱਕ ਵੀ ਕਰ ਸਕਦਾ। ਲੋਕ ਚੈੱਕ ਵੀ ਕਰਦੇ ਆ ਵੀ ਸਾਡੀਆਂ ਸਲਿੱਪਾਂ ਦਿਖਾਓ ਜੀ ਕਿੱਥੇ ਨੇ, ਇਹਦੇ 'ਚ ਅਸੀਂ ਇੰਨੀਆਂ ਪਾਈਆਂ ਸੀ। ਫਿਰ ਉਹ ਉਹਨਾਂ ਚਿਰ ਮਹਿਕਮਾ ਉਹਦਾ ਡਰਾ ਨਹੀਂ ਕੱਢਦਾ ਜਿੰਨਾ ਚਿਰ ਹਰੇਕ ਬੰਦਾ ਇਹ ਸੈਟੀਸਫਾਈਡ ਨਹੀਂ ਹੋ ਜਾਂਦਾ ਵੀ ਉਹਦੀ ਸਲਿੱਪ ਜਿਹੜੀ ਉਹਨੇ ਪਾਈ ਸੀ ਉਹ ਉਹਦੇ ਵਿੱਚ, ਤਾਂ ਫਿਰ ਉਹ ਡਰਾ ਕੱਢ ਕੇ ਜੀ ਫਿਰ ਉਹ ਸਕਸੈਸਫੁਲ ਅਲੋਟੀ ਹੋ ਜਾਂਦਾ। ਤਾਂ ਉਹਨੂੰ ਫਿਰ ਮਹਿਕਮਾ ਲਾਇਸੈਂਸ ਇਸ਼ੂ ਕਰ ਦਿੰਦਾ ਵੀ ਤੈਨੂੰ ਆਹ ਠੇਕੇ 5 ਜਾਂ 6 ਠੇਕੇ ਜਾਂ 7 ਠੇਕੇ ਇਹ ਤੈਨੂੰ ਗਰੁੱਪ ਦਿੱਤਾ, ਇਹਨਾਂ ਦਾ ਕੋਟਾ ਇੰਨਾ, ਇਹ ਠੇਕਾ ਜਿਹੜਾ ਫਲਾਨਾ, ਹਰੇਕ ਠੇਕਾ ਜਿਹੜਾ ਵਾ ਉਹਦੀ ਜਿਓਗ੍ਰਾਫਿਕਲੀ ਜਿਹੜੀ ਉਹਦੀ ਲਿਮਿਟ ਹੈ ਉਹ ਫਿਕਸ ਕੀਤੀ ਜਾਂਦੀ ਹੈ ਵੀ ਇਹ ਇੱਥੇ ਹੀ ਖੁੱਲੇਗਾ, ਇਸ ਏਰੀਏ 'ਚ ਖੁੱਲੇਗਾ, ਇਹ ਨਾ ਉਧਰ ਜਾਏਗਾ ਨਾ ਇੱਧਰ ਜਾਏਗਾ। ਵੀ ਇੰਨੀਆਂ ਬ੍ਰਾਂਚਾਂ ਹੋਣਗੀਆਂ, ਸੇਲ ਸੈਂਟਰ ਵੀ, ਸੇਲਸ ਕਾਊਂਟਰ ਇੰਨੇ ਹੋਣਗੇ। ਹਾਂ, ਐਗਜ਼ੈਕਟਲੀ ਜੀ। ਜਿਵੇਂ ਹੁਣ ਤੁਸੀਂ ਸੰਗਰੂਰ ਦੇ ਰਹਿਣ ਵਾਲੇ ਹੋ, ਸੰਗਰੂਰ ਦੇ ਵਿੱਚ ਸ਼ਹਿਰ ਦੇ ਜਿਹੜੇ ਪ੍ਰੋਪਰ ਸ਼ਹਿਰ ਸੰਗਰੂਰ ਦੇ 6 ਗਰੁੱਪ ਨੇ, ਉਹ ਜੇ ਇੱਕ ਬੰਦਾ ਠੇਕਾ ਹਿਲਾਊਗਾ ਫਿਰ ਉਹ ਅਗਲੇ ਗਰੁੱਪ ਦੇ ਨੇੜੇ ਚਲਿਆ ਜਾਂਦਾ, ਉਹਦੀ ਸੇਲ ਅਫੈਕਟ ਹੁੰਦੀ ਆ, ਉਹਦਾ ਅਸੀਂ ਰੈਵਨਿਊ ਪਿਛਲੀ ਸੇਲ ਦੇ ਹਿਸਾਬ ਨਾਲ ਫਿਕਸ ਕੀਤਾ। ਫਿਰ ਉਹ ਮਹਿਕਮਾ ਇਸ ਚੀਜ਼ 'ਚ ਬਹੁਤ ਸਖਤ ਹੈ ਵੀ ਕੋਈ ਵੀ ਠੇਕਾ 1 ਵੀ ਇੰਚ ਆਪਦੀ ਜੁਰਿਸਡਿਕਸ਼ਨ ਤੋਂ ਬਾਹਰ ਨਹੀਂ ਜਾ ਸਕਦਾ। ਸਹੀ ਹੈ, ਇਹਦਾ ਮਤਲਬ ਜਿਹੜੇ ਇਹ ਸੇਲਸ ਕਾਊਂਟਰ ਨੇ ਜਿਓਗ੍ਰਾਫਿਕਲੀ ਸਿਸਟਮ ਦੇ ਨਾਲ ਨਿਰਧਾਰਿਤ ਕੀਤੇ ਜਾਂਦੇ ਹੈ। ਬਿਲਕੁਲ ਬਿਲਕੁਲ ਬਿਲਕੁਲ। ਤੇ ਐਂ ਬੰਦਾ ਫਿਰ ਉਹ ਕੋਈ ਵੀ ਬੰਦਾ ਪਰਚੀ ਪਾ ਕੇ ਉਹਦਾ ਜੇ ਉਹ ਸਕਸੈਸਫੁਲ ਅਲੋਟੀ ਹੋਏਗਾ, ਉਹਦਾ ਡਰਾ ਨਿਕਲੇਗਾ ਤਾਂ ਉਹ ਲਾਇਸੈਂਸੀ ਬਣ ਜਾਏਗਾ। ਮਨਿੰਦਰ ਜੀ, ਇਹ ਜਿਹੜੀ ਸ਼ਰਾਬ ਹੈ
ਇਹ ਫੈਕਟਰੀ ਤੋਂ ਲੈ ਕੇ ਫੈਕਟਰੀ ਦੇ ਵਿੱਚ ਬਣਦੀ ਹੈ ਪਹਿਲਾਂ ਤਾਂ, ਹਾਂਜੀ ਤੇ ਹਾਂਜੀ ਇਹ ਬਣਦੀ ਕਿਸ ਚੀਜ਼ ਤੋਂ ਹੈ? ਸਾਰੇ ਕੋਈ ਜਿੰਨੀਆਂ ਚਾਹੇ ਦੇਸੀ ਹੈ ਜਾਂ ਵਿਸਕੀ ਹੈ, ਇਹ ਬਣਦੀ ਇੱਕੋ ਚੀਜ਼ ਤੋਂ ਬਣਦੀ ਹੈ? ਉਸ ਤੋਂ ਬਾਅਦ ਫਿਰ ਉੱਥੋਂ ਲੈ ਕੇ ਜਿਹੜਾ ਪਿਆਕੜ ਹੈ ਉਸ ਤੱਕ ਉਹ ਕਿਵੇਂ ਪਹੁੰਚਦੀ ਹੈ? ਉਹਦਾ ਪ੍ਰੋਸੈਸ ਵਿੱਚੋਂ ਦੀ ਰਸਤੇ ਕਿੰਨੀਆਂ ਕੁ ਉਹਨਾਂ ਨੂੰ ਲੇਅਰਸ ਦੇ ਵਿੱਚ ਹੀ ਲੰਘਣਾ ਪੈਂਦਾ? ਦੇਖੋ, ਡਿਸਟਿਲਰੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ। ਇੱਕ ਤਾਂ ਮੋਲੈਸਿਸ ਬੇਸਡ ਹੁੰਦੀਆਂ ਨੇ, ਜਿੱਥੇ ਸ਼ੀਰੇ ਤੋਂ ਸ਼ਰਾਬ ਬਣਦੀ ਹੈ। ਅੱਛਾ ਜੀ। ਉੱਥੇ ਹਾਂ, ਉੱਥੇ ਸ਼ੀਰਾ ਉਹਦਾ ਬੇਸ ਪ੍ਰੋਡਕਟ ਹੈ। ਜਿਹੜਾ ਕਈ ਡਿਸਟਿਲਰੀਆਂ ਨੇ ਜਿੱਥੇ ਡਾਇਰੈਕਟਲੀ ਗ੍ਰੇਨ ਤੋਂ ਬਣਦੀ ਹੈ। ਇਹ ਸੀਰਾ ਗੰਨੇ ਤੋਂ ਹੀ ਤਿਆਰ ਹੁੰਦਾ ਇਹ? ਬਿਲਕੁਲ ਜੀ, ਬਿਲਕੁਲ। ਜਦੋਂ ਆਪਾਂ ਗੰਨੇ ਨੂੰ ਪੀੜ ਕੇ ਜਿਹੜਾ ਉਹਦਾ ਰੈਜ਼ੀਡਿਊ ਬਚਦਾ, ਹਾਂ, ਜਿਹੜਾ ਪਹਿਲਾਂ ਲੋਕ ਸਿੱਟ ਦਿੰਦੇ ਸੀ, ਉਹਨੂੰ ਫਿਰ ਇਸੇ ਕਰਕੇ ਉਹਨੂੰ ਬਲੈਕ ਗੋਲਡ ਦਾ ਨਾਮ ਦਿੱਤਾ ਗਿਆ ਸੀ ਵੀ ਉਹ ਸ਼ੂਗਰ ਮਿੱਲਾਂ ਦੇ ਵਿੱਚ ਫਿਰ ਜਿਹੜਾ ਸ਼ੀਰਾ ਬਣਦਾ ਸੀ, ਫਿਰ ਉਹ ਡਿਸਟਿਲਰੀਆਂ ਦੇ ਵਿੱਚ ਉਹਨੂੰ ਸ਼ਿਫਟ ਕਰ ਦਿੰਦੇ ਸੀ। ਡਿਸਟਿਲਰੀਆਂ ਵਾਲੇ ਖਰੀਦ ਲੈਂਦੇ ਸੀ ਰਾਦਰ ਸ਼ੂਗਰ ਮਿੱਲਾਂ ਤੋਂ ਜੀ। ਉਹ ਜਿਹਨੂੰ ਪਿੰਡੂ ਭਾਸ਼ਾ 'ਚ ਅਸੀਂ ਵੀ ਮੈਲ ਕਹਿ ਦਿੰਦੇ, ਜਿਹੜੀ ਉੱਤੇ ਮੈਲ ਆ ਜਾਂਦੀ ਸੀ ਗੁੜ ਬਣਾਉਣ ਲੱਗੇ ਉੱਪਰ, ਉਹ ਐਗਜ਼ੈਕਟਲੀ ਜੀ। ਤੇ ਉਹ ਹਾਂ, ਕਈ ਜਿਹੜੀਆਂ ਡਿਸਟਿਲਰੀਆਂ ਜਿਹੜੀਆਂ ਹੁਣ ਮਾਡਰਨ ਲੱਗਦੀਆਂ ਨੇ, ਉਹ ਗ੍ਰੇਨ ਬੇਸਡ ਨੇ ਜੀ। ਉੱਥੇ ਮਤਲਬ ਬਾਜਰੇ ਤੋਂ ਹੋਰ ਕਈ ਤਰ੍ਹਾਂ ਦੇ ਗ੍ਰੇਨਸ ਤੋਂ ਸ਼ਰਾਬ ਤਿਆਰ ਕੀਤੀ ਜਾਂਦੀ ਹੈ। ਉੱਥੇ ਬੇਸਿਕਲੀ ਫਿਰ ਉਹ ਤਾਂ ਡਿਸਟੀਲੇਸ਼ਨ ਪ੍ਰੋਸੈਸ ਹੈ। ਉੱਥੇ ਅਲਕੋਹਲ ਬਣਨੀ ਹੈ ਪਹਿਲਾਂ, ਐਕਸਟਰਾ ਨਿਊਟਰਲ ਅਲਕੋਹਲ ਬਣੇਗੀ। ਉਹ ਕਾਫੀ ਟੈਕਨੀਕਲ ਪ੍ਰੋਸੈਸ ਹੈ ਉਹਨਾਂ ਦੇ ਡਿਸਟਿਲਰੀਜ਼ ਦੇ। ਉਹ ਅਲਕੋਹਲ ਤਿਆਰ ਕਰਕੇ ਫਿਰ ਉਹਦੇ ਤੋਂ ਦੇਸੀ ਸ਼ਰਾਬ ਅਲੱਗ ਤਿਆਰ ਹੋਏਗੀ, ਅੰਗਰੇਜ਼ੀ ਸ਼ਰਾਬ ਅਲੱਗ ਤਿਆਰ ਹੋਏਗੀ, ਕਿਉਂਕਿ ਦੋਨਾਂ ਦੀ ਡਿਗਰੀ ਦੇ ਵਿੱਚ ਬੜਾ ਅੰਤਰ ਹੁੰਦਾ। ਅੱਛਾ ਜੀ। ਤੇ ਉਦੋਂ ਬਾਅਦ ਫਿਰ ਉਹਦੀ ਉੱਥੇ ਲੇਬਲਿੰਗ ਹੋ ਕੇ ਸਾਰਾ ਕੁਝ ਤਿਆਰ, ਜਦੋਂ ਮਾਲ ਤਿਆਰ ਹੋ ਗਿਆ। ਇਹ ਦੱਸੋ ਵੀ ਜਿਹੜਾ ਦੇਸੀ ਹੈ, ਦੇਸੀ ਦੇ ਲਈ ਵਧੀਆ ਮਟੀਰੀਅਲ ਕੋਈ ਵਰਤਿਆ ਜਾਂਦਾ ਉਸ ਨਾਲੋਂ ਵਿਸਕੀ ਨਾਲੋਂ? ਦੇਖੋ ਸਿੱਧੂ ਸਾਹਿਬ, ਗੱਲ ਬਣਨਾ ਦੋਨਾਂ ਨੇ ਸੀਰੇ ਤੋਂ ਬਣਨਾ, ਸੀਰੇ ਤੋਂ ਦੋਨਾਂ ਨੇ ਸੀਰੇ ਤੋਂ ਬਣਨਾ ਜਾਂ ਗ੍ਰੇਨ ਤੋਂ ਬਣਨਾ ਜੀ। ਠੀਕ ਹੈ ਜੀ। ਤਾਂ ਉਹ ਐਕਸਟਰਾ ਨਿਊਟਰਲ ਅਲਕੋਹਲ ਸੇਮ ਹੀ ਹੁੰਦੀ ਆ, ਉਹੀ ਦੇਸੀ ਸ਼ਰਾਬ 'ਚ ਯੂਜ਼ ਹੁੰਦੀ ਆ, ਉਹੀ ਅੰਗਰੇਜ਼ੀ ਸ਼ਰਾਬ 'ਚ ਮੋਸਟਲੀ ਯੂਜ਼ ਹੁੰਦੀ ਆ। ਕੋਈ ਉਹਦੇ 'ਚ ਬੜਾ ਫਰਕ ਨਹੀਂ ਹੁੰਦਾ। ਲੇਕਿਨ ਜਦੋਂ ਆਪਾਂ ਉਹਦੀ ਡਿਗਰੀ ਘਟਾ ਕੇ ਦੇਸੀ ਸ਼ਰਾਬ ਦੇ ਵਿੱਚ ਕਲਰ ਤਿਆਰ ਕਰਨਾ, ਉਹਦਾ ਟੇਸਟ ਤਿਆਰ ਕਰਨਾ, ਉਹਦੇ 'ਚ ਪ੍ਰੀਜ਼ਰਵੇਟਿਵਸ ਪਾਉਣੇ ਆ, ਉਹ ਡਿਫਰੈਂਟ ਹੁੰਦੇ ਆ। ਉਹਦੀ ਮੈਚੂਰੇਸ਼ਨ ਡਿਫਰੈਂਟ ਹੁੰਦੀ ਆ। ਜਿਹੜੀ ਆਪਣੀ ਦੂਸਰੀ ਜਦੋਂ ਅੰਗਰੇਜ਼ੀ ਤਿਆਰ ਹੁੰਦੀ ਆ, ਉਹਦੇ 'ਚ ਫਿਰ ਕੀ ਆ ਵੀ ਕਈ ਤਰ੍ਹਾਂ ਦੇ ਬਲੈਂਡ ਪਾ ਦਿੱਤੇ ਜਾਂਦੇ ਆ, ਜਿਹੜੀਆਂ ਆਲਰੇਡੀ ਸਕੌਚਸ ਹੁੰਦੀਆਂ, ਜਾਂ ਉਹ ਬਲੈਂਡਰਸ ਨੂੰ ਹੀ ਪਤਾ ਹੁੰਦਾ ਉਹਨਾਂ ਦੇ ਜਿਹੜੇ ਫਾਰਮੂਲੇ ਹੁੰਦੇ, ਉਹ ਬਾਹਰ ਤਾਂ ਕੱਢਦੇ ਨਹੀਂ। ਲੇਕਿਨ ਉਹ 'ਚ ਬਲੈਂਡ ਤਿਆਰ ਕਰਕੇ ਤੁਸੀਂ ਉਹ ਬੋਤਲ ਦੇ ਉੱਤੇ ਬਾਹਰ ਲਿਖਿਆ ਪੜਿਆ ਹੋਊਗਾ, ਬਲੈਂਡਡ ਵਿਦ ਫਾਈਨੈਸਟ ਸਕੌਚ ਵਿਸਕੀਜ਼। ਹਾਂਜੀ ਹਾਂਜੀ। ਹਾਂ, ਉਹ ਫਿਰ ਉਹ ਬਲੈਂਡ ਉਹਦੇ ਵਿੱਚ ਪਾ ਕੇ ਉਹਦਾ ਕਲਰ ਤਿਆਰ ਕਰਕੇ, ਫਿਰ ਉਹ ਕਾਫੀ ਉਹਨਾਂ ਦੀ ਵੱਡੀ ਟੀਮ ਹੁੰਦੀ ਹੈ ਹਰੇਕ ਡਿਸਟਿਲਰੀ ਦੇ ਵਿੱਚ। ਉਹਨੂੰ ਸਾਰਾ ਤਿਆਰ ਕਰਕੇ ਫਿਰ ਅਪਰੂਵ ਕਰਾ ਕੇ, ਫਿਰ ਉਹ ਉੱਥੋਂ ਡਿਸਟਿਲਰੀ ਦੇ ਵਿੱਚ ਪਹਿਲਾਂ ਉਹਦੀ ਸਟਾਕਿੰਗ ਹੁੰਦੀ ਹੈ ਜੀ। ਫਿਰ ਡਿਸਟਿਲਰੀ ਫਿਰ ਤੋਂ ਜਿਹੜੀ ਦੇਸੀ ਸ਼ਰਾਬ ਉਹ L13 ਤੇ ਜਾਂਦੀ ਹੈ, ਜਿਹਨੂੰ ਅਸੀਂ ਡੰਪ ਕਹਿ ਦਿੰਦੇ ਹਾਂ ਦੇਸੀ ਸ਼ਰਾਬ ਦੇ ਹਰੇਕ ਡਿਸਟ੍ਰਿਕਟ ਹੈਡਕੁਆਟਰ ਤੇ, ਵਿਦ ਪਰਮਿਟ ਐਂਡ ਐਕਸਾਈਜ਼ ਪਾਸ। ਇਸੇ ਤਰ੍ਹਾਂ ਜਿਹੜੀ ਅੰਗਰੇਜ਼ੀ ਸ਼ਰਾਬ ਆ ਉਹ ਸਿੱਧੀ L1 ਤੇ। ਡਿਸਟਿਲਰੀ ਦੇ ਵਿੱਚੋਂ ਸਿੱਧੀ ਕੋਈ ਵੀ ਐਸੀ ਸ਼ਰਾਬ ਨਹੀਂ ਹੈ ਜਿਹੜੀ ਠੇਕੇ ਤੇ ਜਾਵੇ। ਅੱਛਾ ਜੀ। ਹਾਂ, ਉੱਥੋਂ ਪਹਿਲਾਂ ਡੰਪ ਤੇ ਜਾਏਗੀ ਜੀ, ਦੇਸੀ L13 ਤੇ ਜਾਏਗੀ, ਜਿਹੜੀ ਅੰਗਰੇਜ਼ੀ ਆ ਉਹ L1 ਤੇ ਜਾਏਗੀ। ਉੱਥੋਂ ਫਿਰ ਠੇਕਿਆਂ ਤੇ ਅੱਗੇ ਉਹ ਪਰਮਿਟ ਬਣ ਕੇ ਫਿਰ ਅੱਗੇ ਕੋਈ ਵੀ, ਕਿਉਂਕਿ ਇਹ ਐਕਸਾਈਜ਼ੇਬਲ ਆਰਟੀਕਲ ਹੈ, ਇਹਦੀ ਜਿਹੜੀ ਮੂਵਮੈਂਟ ਆ ਟੋਟਲੀ ਕੰਟਰੋਲਡ ਹੈ। ਵਿਦਾਊਟ ਐਕਸਾਈਜ਼ ਪਾਸ ਜਿਹੜੀ ਸ਼ਰਾਬ ਹੈ ਉਹ ਨਹੀਂ ਮੂਵ ਕਰ ਸਕਦੀ। ਅੱਛਾ, ਮਹਿੰਦਰ ਜੀ ਦੱਸੋ ਵੀ ਕਿਉਂਕਿ ਜਿਹੜੀ ਸ਼ਰਾਬ ਆ ਦੇ ਟੇਸਟ ਅਲੱਗ-ਅਲੱਗ ਹੁੰਦੇ ਆ, ਕੋਈ ਕੌੜੀ ਹੁੰਦੀ ਹੈ, ਕਈ ਦੇ ਬਹੁਤ ਜ਼ਿਆਦਾ ਕੌੜੀ ਨਹੀਂ ਹੁੰਦੀ ਉਹ ਵੀ ਵਿਸਕੀ ਹੈ, ਹੁੰਦੀ ਉਹ ਵੀ ਵਿਸਕੀ ਹੈ। ਇਹਦੇ ਵਿੱਚ ਇਹ ਫਲੇਵਰ ਪਾਏ ਜਾਂਦੇ ਆ ਉਸ ਨੂੰ ਟੇਸਟ ਬਣਾਉਣ ਵਾਸਤੇ? ਉਹ ਜਿਹੜਾ ਉਹਦਾ ਬਲੈਂਡ ਤਿਆਰ ਕਰਦੇ ਨਾ ਜੀ, ਇਹ ਬੇਸਿਕਲੀ ਇਹ ਬਲੈਂਡਰ ਤੇ ਡਿਪੈਂਡ ਕਰਦਾ ਵੀ ਉਹ ਕਿਸ ਤਰ੍ਹਾਂ ਦਾ ਬਲੈਂਡ ਤਿਆਰ ਕਰਦਾ, ਉਹਦੇ 'ਚ ਕਿਹੜੇ-ਕਿਹੜੇ ਪ੍ਰੀਜ਼ਰਵੇਟਿਵਸ ਪਾਉਂਦਾ, ਉਹਦੇ 'ਚ ਕਿਹੜੇ-ਕਿਹੜੇ ਉਹਦਾ ਉਹ ਕਲਰੇਸ਼ਨ ਉਹਦੀ ਕਿਵੇਂ ਕਰਦਾ, ਉਹਦੇ 'ਚ ਕਿਹੜੇ-ਕਿਹੜੇ ਰੀਏਜੈਂਟਸ ਪਾਉਂਦੇ ਆ, ਉਹਦੇ ਹਿਸਾਬ ਨਾਲ ਫਿਰ ਉਹਦਾ ਟੇਸਟ ਤਿਆਰ। ਜੋ ਉਹਨਾਂ ਨੂੰ ਐਕਚੁਅਲੀ ਡਿਸਟਿਲਰੀ ਵਾਲੇ ਵੀ ਡਾਟਾ ਇਕੱਠਾ ਕਰਦੇ ਆ ਜੀ ਵੀ ਕਿ ਸ਼ਰਾਬ ਦਾ ਲੋਕ ਟੇਸਟ ਕੈਸੇ ਆ ਭਾਲਦੇ ਆ, ਉਹਦਾ ਕਲਰ ਕੈਸਾ ਭਾਲਦੇ ਆ, ਫਿਰ ਉਸ ਹਿਸਾਬ ਨਾਲ ਜਿਹੜਾ ਉਹਨਾਂ ਦਾ ਬਲੈਂਡਰ ਹੁੰਦਾ ਉਹਨੂੰ ਉਹ ਤਿਆਰ ਕਰਕੇ ਉਪਜ ਪਾਉਂਦਾ। ਰਵਿੰਦਰ ਜੀ, ਹੁਣ ਇਹ ਦੱਸੋ ਵੀ ਜਿਹੜੇ ਰੇਟ ਨੇ ਉਹ ਵੱਖੋ ਵੱਖਰੇ ਨੇ ਵੀ ਹਰ ਜ਼ਿਲ੍ਹੇ ਦੇ ਵਿੱਚ? ਕਿਸੇ ਜਿਵੇਂ ਮੰਨ ਲਓ ਕਈ ਵਾਰੀ ਇਹ ਹੁੰਦਾ ਵੀ ਸੰਗਰੂਰ ਦੇ ਵਿੱਚ ਜਿਹੜੀ ਬੋਤਲ 500 ਦੀ ਮਿਲ ਰਹੀ ਹੁੰਦੀ ਹੈ, ਉਹ ਮਾਨਸਾ ਦੇ ਵਿੱਚ 400 ਦੀ ਮਿਲ ਰਹੀ ਹੁੰਦੀ ਹੈ। ਉਹੀ ਬੋਤਲ ਕਈ ਵਾਰੀ ਬਠਿੰਡੇ 800 ਦੀ ਮਿਲ ਰਹੀ ਹੁੰਦੀ ਹੈ। ਉਹੀ ਬੋਤਲ ਜਿਹੜੀ ਹਰਿਆਣੇ ਦੇ ਵਿੱਚ ਆ ਉਹ ਕਈ ਵਾਰੀ 250 ਦੀ ਹੁੰਦੀ ਹੈ, ਤੇ ਚੰਡੀਗੜ੍ਹ ਦੇ ਵਿੱਚ ਕਈ ਵਾਰੀ ਪੰਜਾਬ ਨਾਲੋਂ ਬਹੁਤ ਸਸਤੀ ਹੁੰਦੀ ਹੈ, 200-250 ਦਾ ਫਰਕ ਹੁੰਦਾ। ਤੇ ਫਿਰ ਲੋਕਾਂ ਦੇ ਵਿੱਚ ਇਹ ਹੋੜ ਲੱਗ ਜਾਂਦੀ ਹੈ। ਅਗਲਾ ਕਹਿੰਦਾ ਜੀ ਇੱਕ ਜੋ ਕਹੀ ਜਾਣਗੇ ਜੀ ਚੰਡੀਗੜ੍ਹ ਚੱਲਿਓ ਯਾਰ, ਉੱਥੋਂ ਬੋਤਲ ਫੜੀ ਆਈ।
ਤੇ ਇਹ ਜਿਹੜੀ ਹੈ ਇਹਦਾ ਕਾਰਨ ਕੀ ਹੈ? ਰੇਟ ਕੀ ਗੱਲ ਇੱਕੋ ਨਹੀਂ ਕੀਤੇ ਜਾ ਸਕਦੇ? ਦੇਖੋ, ਜਿਹੜਾ ਚੰਡੀਗੜ੍ਹ ਦਾ ਸਿਸਟਮ ਹੈ ਜੀ, ਪੰਜਾਬ ਦਾ ਤੇ ਚੰਡੀਗੜ੍ਹ ਦਾ, ਉਹ ਤਾਂ ਕਿਉਂਕਿ ਚੰਡੀਗੜ੍ਹ ਦੀ ਐਡਮਿਨਿਸਟ੍ਰੇਸ਼ਨ ਵੱਖਰੀ ਹੈ, ਪੰਜਾਬ ਦੀ ਵੱਖਰੀ ਹੈ। ਚੰਡੀਗੜ੍ਹ ਦੀ ਐਕਸਾਈਜ਼ ਪਾਲਿਸੀ ਵੱਖਰੀ ਤਿਆਰ ਹੁੰਦੀ ਹੈ, ਪੰਜਾਬ ਦੀ ਵੱਖਰੀ ਤਿਆਰ ਹੁੰਦੀ ਹੈ। ਉਹ ਇਸ ਕਰਕੇ ਉੱਥੋਂ ਦਾ ਤਾਂ ਉਹ ਗਵਰਨਮੈਂਟ ਦੇ ਲੈਵਲ 'ਤੇ ਕੋਈ ਫੈਸਲਾ ਹੋ ਸਕਦਾ, ਅਦਰਵਾਈਜ਼ ਉਹਦਾ ਕੋਈ ਏਡਾ ਮਤਲਬ ਡਿਪਾਰਟਮੈਂਟ ਦੇ ਹੱਥ 'ਚ ਏਡੀ, ਪੰਜਾਬ ਦੇ ਡਿਪਾਰਟਮੈਂਟ 'ਚ ਨਹੀਂ ਹੈ ਚੰਡੀਗੜ੍ਹ ਦੇ ਰੇਟ ਨੂੰ ਫਿਕਸ ਕਰਾਉਣਾ। ਜਿਹੜਾ ਵਿਦਨ ਦਾ ਸਟੇਟ ਹੈ, ਜੋ ਤੁਸੀਂ ਕਿਹਾ ਵੀ ਸੰਗਰੂਰ ਆ ਰੇਟ ਹੈ, ਫਲਾਨੀ ਉਹ ਦੂਜੇ ਸ਼ਹਿਰ 'ਚ ਇੰਨਾ ਰੇਟ ਹੈ, ਉਹਦੇ ਦੋ ਤਿੰਨ ਕਾਰਨ ਹੁੰਦੇ ਆ। ਹਰੇਕ ਸ਼ਰਾਬ ਦੀ ਬੋਤਲ ਤੇ ਇੱਕ MRP ਲਿਖਿਆ ਹੁੰਦਾ। ਨਾਰਮਲੀ ਕੀ ਹੈ ਵੀ ਜਿਹੜੀ ਆਪਾਂ ਕਿਸੇ ਵੀ ਕੋਈ ਵੀ ਆਪਾਂ ਚੀਜ਼ ਖਰੀਦਦੇ ਆ, ਉੱਥੇ MRP ਦਾ ਹੁੰਦਾ ਮਤਲਬ ਮੈਕਸਿਮਮ ਰਿਟੇਲ ਪ੍ਰਾਈਸ। ਲੇਕਿਨ ਇਹ ਸ਼ਰਾਬ ਇੱਕ ਐਸੀ ਚੀਜ਼ ਹੈ ਜਿਹਦਾ MRP ਦਾ ਮਤਲਬ ਹੈ ਮਿਨੀਮਮ ਰਿਟੇਲ ਪ੍ਰਾਈਸ। ਠੇਕੇਦਾਰ ਉਸ ਰੇਟ ਤੋਂ ਘੱਟ ਸ਼ਰਾਬ ਨਹੀਂ ਵੇਚ ਸਕਦੇ। ਹਾਂ, ਉਹ ਉਦੋਂ ਉੱਤੇ ਹੁਣ ਉਹਦੇ 'ਚ ਫਰਕ ਕਿਉਂ ਪੈਂਦਾ ਜੀ? ਕਿਉਂਕਿ ਐਕਸਾਈਜ਼ ਪਾਲਿਸੀ ਥਰੂ ਆਊਟ ਪੰਜਾਬ ਸੇਮ ਹੈ ਜੀ। ਉਹਦੇ 'ਚ ਜਿਵੇਂ ਹੁਣ ਲੁਧਿਆਣੇ ਹੈ ਜਾਂ ਅੰਮ੍ਰਿਤਸਰ ਹੈ ਜਾਂ ਪਟਿਆਲਾ ਹੈ ਜਾਂ ਜਿਹੜੇ ਵੱਡੇ ਸ਼ਹਿਰ ਆ, ਉੱਥੇ ਕਿਰਾਇਆਂ ਦਾ ਡਿਫਰੈਂਸ ਹੈ। ਦੁਕਾਨਾਂ ਜਿਹੜੀਆਂ ਕਿਰਾਏ 'ਤੇ ਮਿਲਦੀਆਂ ਬਹੁਤ ਮਹਿੰਗੀਆਂ ਨੇ, ਜਿਵੇਂ ਮੋਗਾ, ਫਿਰੋਜ਼ਪੁਰ ਹੈ, ਸੰਗਰੂਰ ਹੈ, ਇੱਧਰ ਦੁਕਾਨਾਂ ਥੋੜ੍ਹੀਆਂ ਸਸਤੀਆਂ ਮਿਲ ਜਾਂਦੀਆਂ ਨੇ, ਓਵਰਹੈਡ ਐਕਸਪੈਂਸਿਸ ਘੱਟ ਹੁੰਦੇ ਆ। ਉਹ ਇਹਨਾਂ ਚੀਜ਼ਾਂ ਕਰਕੇ ਉਹ ਜਿਹੜੇ ਵੱਡੇ ਸ਼ਹਿਰ ਹੁੰਦੇ ਆ ਤਕਰੀਬਨ ਉੱਥੇ ਰੇਟ ਥੋੜੇ ਜ਼ਿਆਦਾ ਰੱਖ ਲੈਂਦੇ ਆ। ਜਿਹੜੇ ਛੋਟੇ ਸ਼ਹਿਰ ਹੁੰਦੇ ਆ ਉੱਥੇ ਕਿਉਂਕਿ ਓਵਰਹੈਡ ਐਕਸਪੈਂਸਿਸ ਘੱਟ ਹੁੰਦੇ ਆ। ਲੇਕਿਨ ਜਿਹੜਾ ਮਿਨੀਮਮ ਰਿਟੇਲ ਪ੍ਰਾਈਸ ਤੋਂ ਜੇ ਕੋਈ ਥੱਲੇ ਰੇਟ ਤੇ ਕੋਈ ਠੇਕੇਦਾਰ ਸ਼ਰਾਬ ਵੇਚਦਾ, ਉਹ ਮਹਿਕਮਾ ਨਹੀਂ ਵੇਚਣ ਦਿੰਦਾ, ਕਿਉਂਕਿ ਉਹਦੇ ਨਾਲ ਤਾਂ ਸਾਰਾ ਫਿਰ ਬਿਜ਼ਨਸ ਖਰਾਬ ਹੁੰਦਾ ਟੋਟਲੀ। ਸੋ ਇਸ ਕਰਕੇ ਰੇਟ ਦਾ ਫਰਕ ਹੋਣਾ ਇਸ ਕਰਕੇ ਹੈ ਵੀ ਕਿਉਂਕਿ ਸ਼ਰਾਬ ਦੇ ਵਿੱਚ ਮਿਨੀਮਮ ਰਿਟੇਲ ਪ੍ਰਾਈਸ ਹੀ ਫਿਕਸ ਹੁੰਦੀ ਹੈ। ਸੈਕੰਡਲੀ, ਕਈ ਲੋਕ ਸ਼ਿਕਾਇਤ ਕਰਦੇ ਆ, ਮੇਰੇ ਕੋਲ ਬੜੀਆਂ ਸ਼ਿਕਾਇਤਾਂ ਆਉਂਦੀਆਂ ਰਹੀਆਂ ਵੀ ਜਿਹੜਾ ਕਰਿੰਦਾ ਜੀ ਓਵਰ ਚਾਰਜਿੰਗ ਕਰਦਾ। ਉਹਦੇ 'ਚ ਇਹ ਆ ਵੀ ਜਦੋਂ ਕੋਈ ਵੀ ਬੰਦਾ ਸ਼ਰਾਬ ਲੈਣ ਜਾਂਦਾ ਤੇ ਤੁਸੀਂ ਹਰੇਕ ਠੇਕੇ ਦੇ ਬਾਹਰ ਰੇਟ ਲਿਸਟ ਲੱਗੀ ਹੁੰਦੀ ਹੈ। ਉਹ ਥੱਲੇ ਉਹਦੇ ਮਹਿਕਮੇ ਦੇ ਅਫਸਰ ਦਾ ਫੋਨ ਨੰਬਰ ਵੀ ਲਿਖਿਆ ਹੁੰਦਾ ਤੇ ਠੇਕੇਦਾਰ ਦਾ ਫੋਨ ਨੰਬਰ ਵੀ ਲਿਖਿਆ ਹੁੰਦਾ, ਤਾਂ ਤੁਸੀਂ ਉਹਨੂੰ ਦੇਖ ਸਕਦੇ ਹੋ। ਮਤਲਬ ਕੋਈ ਵੀ ਬੰਦਾ ਉਹਦੇ ਤੋਂ ਜੇ ਦੇਖ ਸਕਦਾ ਵੀ ਇੱਥੇ ਜਿਹੜੀ ਮੈਂ ਚੀਜ਼ ਲੈਣ ਲੱਗਾ ਵੀ ਉਹਦਾ ਰੇਟ ਐਕਚੁਅਲੀ ਕੀ ਫਿਕਸ ਹੈ। ਪਰ ਇਹ ਪਿਛਲੇ ਥੋੜੇ ਜਿਹੇ ਸਾਲਾਂ ਤੋਂ ਹੋਇਆ, ਪਹਿਲਾਂ ਨਹੀਂ ਸੀ। ਮੇਰਾ ਖਿਆਲ ਹੈ ਪਿਛਲੇ 2-4 ਸਾਲਾਂ ਤੋਂ ਹੀ ਹੋਇਆ, ਪਹਿਲਾਂ ਤਾਂ ਨਹੀਂ ਸੀ ਇਹ ਸਿਸਟਮ। ਨਹੀਂ, ਉਹ ਦੇਖੋ ਰੇਟ ਲਿਸਟ ਪਹਿਲਾਂ ਤੋਂ ਚੱਲਦੀ ਹੈ। ਪਹਿਲਾਂ ਕਈ ਵਾਰੀ ਨਹੀਂ ਵੀ ਲੱਗੀ ਹੁੰਦੀ ਸੀ, ਲੇਕਿਨ ਹੁਣ ਪੱਕਾ ਇਨਸ਼ੋਰ ਕੀਤਾ ਜਾਂਦਾ ਵੀ ਰੇਟ ਲਿਸਟ, ਕਿਉਂਕਿ ਬੇਸਿਕਲੀ ਠੇਕੇਦਾਰ ਆਪ ਹੀ, ਕਿਉਂਕਿ ਜੇ ਠੇਕੇਦਾਰ ਧਿਆਨ ਨਹੀਂ ਦੇਊਗਾ ਰੇਟ ਵੱਲ ਤਾਂ ਉਹ ਕਰਿੰਦਾ ਹੀ ਉਹਦਾ ਫਾਇਦਾ ਉਠਾ ਜਾਏਗਾ। ਸਹੀ ਗੱਲ। ਠੇਕੇਦਾਰ ਆਪ ਛੁਪਵਾ ਕੇ ਮਹਿਕਮੇ ਨੂੰ ਦਿਖਾ ਕੇ ਵੀ ਉਹ ਜਿਹੜੇ ਰੇਟ ਫਿਕਸ ਹੋਇਆ ਉਹ ਵੀ ਦੇ ਆਰ ਐਜ਼ ਪਰ ਐਕਸਾਈਜ਼ ਪਾਲਿਸੀ, ਉਹਦਾ ਪੂਰਾ ਤਿਆਰ ਕਰਕੇ ਥੱਲੇ ਉਹਦਾ ਜਿਹੜਾ ਅਫੀਸਰ ਇੰਚਾਰਜ ਆ ਉਸ ਏਰੀਏ ਦਾ, ਉਹਦਾ ਫੋਨ ਨੰਬਰ ਲਿਖਿਆ ਜਾਂਦਾ ਵੀ ਜੇ ਕੋਈ ਓਵਰ ਚਾਰਜਿੰਗ ਹੁੰਦੀ ਹੈ ਤਾਂ ਇਸ ਨੰਬਰ ਤੇ ਫੋਨ ਕਰਕੇ ਕੋਈ ਨਾ ਕੋਈ ਕਰ ਸਕਦਾ। ਪਿੱਛੇ ਜੇ ਮਹਿਕਮੇ ਨੇ ਕੰਪਲੇਂਟ ਸੈੱਲ ਵੀ ਬਣਾਏ ਪਟਿਆਲੇ 'ਚ, ਉਹਦੇ 'ਚ ਉਹ ਸਾਰੇ ਸਰਕੂਲੇਟ ਕੀਤੇ ਗਏ। ਈਵਨ ਉੱਥੇ ਕੰਪਲੇਂਟਸ ਆ ਕੇ ਉਹਨਾਂ ਦਾ ਇਮੀਡੀਏਟਲੀ ਫੌਰੀ ਤੌਰ ਤੇ ਹੱਲ ਕੱਢਿਆ ਜਾਂਦਾ ਸੀ। ਅੱਛਾ ਜੀ। ਹਾਂ, ਉਹ ਬਹੁਤ ਹੀ ਵਧੀਆ ਇੱਕ ਸਿਸਟਮ ਸਾਡੇ ਕਮਿਸ਼ਨਰ ਸਾਹਿਬ ਨੇ ਤਿਆਰ ਕੀਤਾ ਸੀ ਵੀ ਇੱਕ ਸੈਂਟਰਲ ਸਿਸਟਮ ਹੋਵੇ ਵੀ ਉੱਥੇ ਸ਼ਿਕਾਇਤ ਆਵੇ, ਉੱਥੋਂ ਬੰਦੇ ਦੀ ਡਿਊਟੀ ਲੱਗੇ ਵੀ ਫਲਾਣਾ ਅਫਸਰ ਜਾ ਕੇ ਚੈੱਕ ਕਰੇਗਾ ਤੇ ਚੈੱਕ ਕਰਕੇ ਉਹ ਵਿਦਨ ਜੋ ਉਹਨੂੰ ਟਾਈਮ ਸਲੋਟ ਦਿੱਤਾ ਜਾਂਦਾ ਸੀ ਉਹਦੇ ਵਿੱਚ ਫਿਰ ਉਹਦੀ ਰਿਪੋਰਟ ਕਰਨੀ ਹੁੰਦੀ ਸੀ ਵੀ ਉੱਥੇ ਕੀ ਪ੍ਰੋਬਲਮ ਸੀ। ਅੱਛਾ ਜੀ। ਹਾਂਜੀ, ਉਹ ਇਸ ਕਰਕੇ ਵੈਸੇ ਵੀ ਮੈਂ ਤੁਹਾਡੇ ਚੈਨਲ ਦੇ ਜਰੀਏ ਦੱਸਣਾ ਚਾਹੁੰਦਾ ਵੀ ਜੇ ਪੀਤੇ ਬਿਨਾਂ ਸਰਦਾ ਨਹੀਂ, ਪਹਿਲਾਂ ਤਾਂ ਪੀਣੀ ਨਹੀਂ, ਜੇ ਪੀਣੀ ਆ ਤਾਂ ਉੱਥੇ ਰੇਟ ਦੇਖ ਕੇ ਤੇ ਕਰਿੰਦੇ ਨੂੰ ਕਿਹਾ ਜਾ ਸਕਦਾ। ਜੇ ਫਿਰ ਵੀ ਕਰਿੰਦਾ ਨਹੀਂ ਮੰਨਦਾ ਤਾਂ ਉੱਥੇ ਥੱਲੇ ਅਫਸਰ ਦਾ ਫੋਨ ਨੰਬਰ ਲਿਖਿਆ, ਉਹਨੂੰ ਫੋਨ ਕਰੋ ਵੀ ਇਸ ਠੇਕੇ ਤੇ ਇਹ ਓਵਰ ਚਾਰਜਿੰਗ ਹੋ ਰਹੀ ਆ ਤੇ ਇਮੀਡੀਏਟਲੀ ਉਹਦਾ ਸੋਲੂਸ਼ਨ ਨਿਕਲੇਗਾ। ਦਵਿੰਦਰ ਜੀ, ਇਹ ਤੁਸੀਂ ਜਿਹੜੀ ਗੱਲ ਕੀਤੀ ਆ ਰੇਟ, ਜਿਹੜੀ ਸਮਗਲਿੰਗ ਹੁੰਦੀ ਰੇਟ ਕਰਕੇ ਹੈ। ਦੂਜੀ ਸਟੇਟ ਤੋਂ ਦੂਸਰੇ ਸਟੇਟ ਦੇ ਵਿੱਚ ਸ਼ਰਾਬ ਜਾਣੀ, ਇਹਦਾ ਕਾਰਨ ਇਹੀ ਹੈ। ਤੇ ਜਿਹੜੀ ਸਮਗਲਿੰਗ ਇਹ ਹੁੰਦੀ ਕਿਵੇਂ, ਜੇਕਰ ਜਿਹੜੇ ਕਰਦੇ ਆ ਸਮਗਲਿੰਗ ਉਹ ਇਸੇ ਵਾਸਤੇ ਕਰਦੇ ਆ। ਪਹਿਲੀ ਗੱਲ ਤਾਂ ਇਹ ਪੁੱਛਣਾ ਚਾਹਾਂਗਾ ਵੀ ਜਿਹੜੀ ਸਮਗਲਿੰਗ ਹੁੰਦੀ ਹੈ, ਕੀ ਉਹ ਵੀ ਅਸਲੀ ਦਾਰੂ ਹੁੰਦੀ ਹੈ, ਸ਼ਰਾਬ ਹੁੰਦੀ ਹੈ, ਜਾਂ ਉਹ ਡੁਪਲੀਕੇਟ ਬਣੀ ਹੁੰਦੀ ਹੈ? ਤੇ ਦੂਜਾ ਇਹ ਕਈ ਵਾਰੀ ਇੱਕ ਇਹ ਵੀ ਦੱਸੋ ਵੀ ਕਈ ਵਾਰੀ ਕਹਿੰਦੇ ਜੀ ਹਰਿਆਣੇ ਚੋਂ ਜਿਹੜੀ ਸ਼ਰਾਬ ਜੀ ਉਹ ਮਾੜੀ ਹੈ, ਪੰਜਾਬ ਦੀ ਚੰਗੀ ਹੈ, ਵੀ ਹਰਿਆਣੇ 'ਚ ਮਾੜੀ ਮਿਲਦੀ ਹੈ। ਇਸ ਤਰ੍ਹਾਂ ਦੇ ਕਿ ਐਵੇਂ ਗੱਲਾਂ ਹੀ ਬਣਾਈਆਂ ਹੋਈਆਂ ਲੋਕਾਂ ਨੇ।
ਦੇਖੋ ਸਿੱਧੂ ਸਾਹਿਬ ਗੱਲ ਇਹ ਆ ਵੀ ਜਿਹੜੀ ਸ਼ਰਾਬ ਪੰਜਾਬ 'ਚ ਤਿਆਰ ਹੋਈ, ਪੰਜਾਬ ਦੇ ਠੇਕੇ ਤੇ ਵਿਕੀ, ਉਹਦੇ ਤੇ ਹਰੇਕ ਅਫਸਰ ਦੀ, ਹਰੇਕ ਠੇਕੇਦਾਰ ਦੀ ਇੱਕ ਜ਼ਿੰਮੇਵਾਰੀ ਹੈ ਵੀ ਇੱਥੇ ਸਹੀ ਸ਼ਰਾਬ ਮਿਲੇ। ਸਹੀ ਗੱਲ। ਜਿਹੜੀ ਸਮਗਲਡ ਸ਼ਰਾਬ ਹੈ, ਜੇ ਕੋਈ ਹਰਿਆਣੇ ਤੋਂ ਆਉਂਦੀ ਹੈ ਜਾਂ ਕੋਈ ਐਸੇ ਲੋਕ ਹੈਗੇ ਆ ਜਿਹੜੀ ਸਮਗਲਿੰਗ ਕਰਕੇ ਲਿਆ ਕੇ ਵੇਚਦੇ ਆ, ਹਾਂਜੀ ਉਹ ਐਕਚੁਅਲੀ ਤਾਂ ਅਸੀਂ ਮਹਿਕਮਾ ਓਵਰਨਾਈਟ ਨਾਕੇ ਲਾਉਂਦਾ ਹੈ, ਥਾਂ ਥਾਂ ਤੇ ਡਿਊਟੀਆਂ ਲੱਗਦੀਆਂ ਵੀ ਕੋਈ ਸ਼ਰਾਬ ਨਾ ਆਵੇ, ਲੇਕਿਨ ਇਹ ਹਾਂਜੀ। ਐਸਾ ਸਿਸਟਮ ਹੈ, ਇਹਨੂੰ 100% ਇਹਨੂੰ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਕਦੇ ਵੀ। ਤਾਂ ਉਹ ਲੇਕਿਨ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਦੱਸਣਾ ਚਾਹੁੰਦਾ ਵੀ ਇਹ ਸ਼ਰਾਬ ਜਿਹੜਾ ਗਵਰਨਮੈਂਟ ਦਾ ਅਪਰੂਵਡ ਠੇਕਾ, ਉੱਥੋਂ ਹੀ ਖਰੀਦੋ, ਆਪਦਾ ਰੇਟ ਉੱਥੋਂ ਦੇਖ ਕੇ, ਜੋ ਉੱਥੇ ਰੇਟ ਲਿਸਟ ਲਿਖੀ ਆ ਉਹਦੇ ਮੁਤਾਬਕ ਖਰੀਦੋ, ਕਿਸੇ ਗਲਤ ਅਨਸਰ ਤੋਂ ਸ਼ਰਾਬ ਨਾ ਲਵੋ। ਉਹਦੀ ਗਰੰਟੀ ਕਿਸੇ ਦੀ ਨਹੀਂ ਹੈ। ਪਤਾ ਨਹੀਂ ਕੌਣ ਤੁਰਿਆ ਜਾਂਦਾ ਵੇਚ ਗਿਆ ਬੋਤਲ, ਉਹਦੇ ਚ ਕੀ ਸੀ ਕੀ ਨਹੀਂ ਸੀ, ਪੀ ਕੇ ਉਹ ਬੰਦਾ ਮਰ ਗਿਆ ਜਾਂ ਕੋਈ ਗੱਲਬਾਤ ਹੋ ਗਈ ਤਾਂ ਨੋਬਡੀ, ਪਤਾ ਹੀ ਨਹੀਂ ਲੱਗਣਾ ਵੀ ਰਿਸਪੌਂਸਿਬਿਲਟੀ। ਸੋ ਇਸ ਕਰਕੇ ਇਹ ਜਿਹੜੇ ਸਮਗਲਿੰਗ ਕਰਨ ਵਾਲੇ ਆ, ਜਿਹੜੇ ਸਮਗਲਿੰਗ ਕਰਦੇ ਆ, ਸਮਗਲਿੰਗ ਕਰਦਾ ਕੋਈ ਫੜਿਆ ਗਿਆ ਬਲੈਕਮੇਲਰ, ਤਾਂ ਉਹਦੇ ਤੇ ਕਿਹੜੀ ਧਾਰਾ ਲੱਗਦੀ ਹੈ, ਸਜ਼ਾ ਕੀ ਮਿਲਦੀ ਹੈ ਫਿਰ ਉਹਨੂੰ? ਸਜ਼ਾ ਹੈ ਜੀ ਹੁਣ ਬੜੀ, ਜਿਹੜਾ ਸਮਗਲਡ ਲੀਕਰ ਦਾ ਤਾਂ ਨਾਨ ਬੇਲੇਬਲ ਅਫੈਂਸ ਹੈ, ਤੇ ਆਪਣਾ ਪੰਜਾਬ ਐਕਸਾਈਜ਼ ਐਕਟ ਦੀ ਧਾਰਾ 61 ਦੇ ਅਧੀਨ ਸਾਰੀ ਕਾਰਵਾਈ ਹੁੰਦੀ ਹੈ। ਤੇ ਗੱਡੀ ਵੀ, ਜੇ ਕੋਈ ਬੰਦਾ ਬਾਹਰੋਂ ਸ਼ਰਾਬ ਲੈ ਕੇ ਆ ਰਿਹਾ ਜਿਹਦੀ ਡਿਊਟੀ ਪੰਜਾਬ ਦੇ ਵਿੱਚ ਨਹੀਂ ਪੇ ਕੀਤੀ, ਤਾਂ ਉਹਦੀ ਗੱਡੀ ਵੀ ਜ਼ਬਤ ਹੈ ਜੀ ਸੈਕਸ਼ਨ 81 ਦੇ ਤਹਿਤ। ਬੇਲ ਨਹੀਂ ਹੁੰਦੀ ਇਹਦੇ ਚ? ਜਿਹੜੀ ਸਮਗਲਡ ਲੀਕਰ ਹੈ, ਜਿਹੜੀ ਬਾਹਰੋਂ ਸਮਗਲਿੰਗ ਜਿਹਦੀ ਡਿਊਟੀ ਪੰਜਾਬ 'ਚ ਨਹੀਂ ਪੇ ਕੀਤੀ, ਉਹਦੇ 'ਚ ਬੇਲ ਨਹੀਂ ਹੁੰਦੀ। ਲੇਕਿਨ ਜਿਹੜਾ, ਹਾਂ ਬਿਲਕੁਲ, ਤੇ ਕਾਫੀ ਇਹ ਮਤਲਬ ਹੋਰ ਵੀ ਮਹਿਕਮਾ ਸੋਚ ਰਿਹਾ ਸੀ ਵੀ ਇਹਨੂੰ ਹੋਰ ਥੋੜਾ ਜਿਹਾ ਸਟ੍ਰਿਕਟ ਕਰੀਏ ਤਾਂ ਜੋ ਸਮਗਲਡ ਲੀਕਰ, ਬਿਲਕੁਲ, ਕਿਉਂਕਿ ਸਮਗਲਡ ਲੀਕਰ ਦੀ ਆੜ 'ਚ ਹੀ ਨਕਲੀ ਸ਼ਰਾਬ ਬਣਦੀ ਹੈ। ਉਹਨੂੰ ਸਜ਼ਾ ਕਿੰਨੇ ਸਾਲ ਤੱਕ ਦੀ ਹੋ ਸਕਦੀ ਹੈ? ਸਜ਼ਾ 6 ਮਹੀਨੇ ਤੱਕ ਦੀ ਹੈ, 6 ਮਹੀਨੇ ਜਾਂ 6 ਮਹੀਨੇ ਤੋਂ ਉੱਤੇ ਵੀ ਹੋ ਸਕਦੀ ਹੈ। ਹਾਂਜੀ, ਇਹ ਤਾਂ ਡਿਪੈਂਡ ਕਰਦਾ ਕੋਰਟ ਦੇ ਉੱਤੇ ਵੀ ਕਿੰਨੀ ਸਜ਼ਾ ਦਿੰਦੇ ਜੀ, ਲੇਕਿਨ ਮਿਨੀਮਮ 6 ਮਹੀਨੇ। ਜਿਹੜੇ ਨਕਲੀ ਸ਼ਰਾਬ ਵੇਚਣ ਵਾਲੇ ਆ, ਉਹਨਾਂ ਤੇ ਕਿਹੜੀ ਧਾਰਾ ਲੱਗਦੀ ਹੈ ਤੇ ਉਹਨਾਂ ਨੂੰ ਕੀ ਸਜ਼ਾ ਕਿੰਨੀ ਹੋ ਸਕਦੀ? ਨਕਲੀ ਸ਼ਰਾਬ ਵੇਚਣ ਵਾਲੇ ਤੇ ਜਾਂ ਧਾਰਾ ਸੇਮ ਹੀ ਹੈ। ਅੱਛਾ, ਧਾਰਾ ਸੇਮ ਹੈ? ਧਾਰਾ ਸੇਮ ਹੀ ਹੈ। ਇਲੀਗਲ ਮੈਨੂਫੈਕਚਰਿੰਗ, ਇਲੀਗਲ ਸੇਲ, ਉਹ ਸੇਮ ਸੈਕਸ਼ਨ 61 ਦੇ ਵਿੱਚ ਹੀ ਹੁੰਦਾ ਸਾਰਾ ਕੁਝ। ਅੱਛਾ, ਪਰ ਸਜ਼ਾ ਫਿਰ ਜਿਹੜੀ ਇਲੀਗਲ ਦੇ ਵਿੱਚ ਤਾਂ ਬਹੁਤ ਜ਼ਿਆਦਾ, ਫਿਰ ਉਹਦੇ ਤਾਂ ਅਪ ਟੂ 3 ਇਅਰਸ ਵੀ। ਅੱਛਾ ਜੀ। ਤੇ ਇਹ ਜਿਹੜੀ ਨਕਲੀ ਸ਼ਰਾਬ ਹੈ ਤਿਆਰ ਕਿਸ ਤੋਂ ਕਰਦੇ ਆ? ਖਾਦ ਦੇ ਤੌਰ ਤੇ ਤਾਂ ਸਮਗਲਡ ਹੀ ਆਉਂਦੀ ਹੈ ਜੀ। ਜਿਹੜੀ ਨਕਲੀ ਆ ਫਿਰ ਉਹ ਆਹ ਜਿਹੜੀ ਜਿਵੇਂ ਡੀਨੇਚਰਡ ਸਪਿਰਿਟ ਵਗੈਰਾ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਜਿਹੜਾ ਥਿਨਰ ਵਗੈਰਾ ਲੈ ਕੇ ਉਹਦੇ ਤੋਂ ਤਿਆਰ ਕੀਤੀ ਜਾ ਸਕਦੀ ਹੈ। ਹਾਂਜੀ, ਜਿਵੇਂ ਫੈਕਟਰੀਆਂ ਫੜੀਆਂ ਗਈਆਂ ਨੇ ਜੀ, ਉੱਥੇ ਲੇਬਲ ਚੇਂਜ ਹੁੰਦੇ ਆ। ਜਾਂ ਹਰਿਆਣੇ ਦੀ ਸ਼ਰਾਬ, ਐਸੇ ਵੀ ਕੇਸ ਮਹਿਕਮੇ ਨੇ ਫੜੇ ਆ ਵੀ ਹਰਿਆਣੇ ਦੀ ਸ਼ਰਾਬ ਲਿਆ ਕੇ ਉਹਦੇ ਲੇਬਲ ਲਾ ਕੇ ਪੰਜਾਬ ਦੇ ਲਾ ਕੇ ਵੇਚ ਦੋ, ਉਹ ਵੀ ਫੜੇ ਗਏ। ਨਹੀਂ, ਜਿਵੇਂ ਜਿਹੜੀ ਸ਼ਰਾਬ ਆ, ਕਈ ਲੋਕ ਜਿਹੜੇ ਆ ਉਹ ਸਪਿਰਿਟ ਵੀ ਪੀਂਦੇ ਆ, ਉਹ ਥਿਨਰ ਵੀ ਪੀ ਜਾਂਦੇ ਆ, ਪਰ ਉਹਨਾਂ ਦੀ ਜਿਹੜੀ ਹੈ ਮੌਤ ਉਸ ਤਰ੍ਹਾਂ ਨਹੀਂ ਹੁੰਦੀ ਜਿਵੇਂ ਕਿ ਪਿਛਲੇ ਦਿਨਾਂ ਵਿੱਚ ਦੇਖਿਆ ਸੀ, ਉੱਥੇ ਮੌਤ ਹੋ ਗਈ ਸੀ ਬਹੁਤ ਸਾਰੇ। ਅੰਮ੍ਰਿਤਸਰ ਦੇ ਵਿੱਚ ਜਿਹੜਾ ਕਾਂਡ ਹੋਇਆ ਸੀ, ਉਹਦੇ ਪਿੱਛੇ ਫਿਰ ਕੀ ਕਾਰਨ ਸੀ ਕਿ ਉਹ ਜ਼ਿਆਦਾ ਤਾਕਤ ਵੀ ਜਿਹੜੀ ਸੀ, ਜ਼ਹਿਰੀਲਾ ਸੀ ਉਹ ਥਿਨਰ ਵਗੈਰਾ ਜੋ ਵੀ? ਉਹਦੀ ਤਾਂ ਇਨਕੁਆਇਰੀ ਸਿੱਧੂ ਸਾਹਿਬ ਚੱਲ ਰਹੀ ਹੈ ਵੀ ਐਕਚੁਅਲੀ ਕੀ ਵਿਕਿਆ ਸੀ ਉੱਥੇ। ਅੱਛਾ ਜੀ। ਬਾਰੇ ਹਾਂ, ਹਜੇ ਕੋਈ ਉਹਦੇ ਬਾਰੇ ਸਿੱਟ ਬਣਾਈ ਸੀਗੀ, ਉਹ ਅੰਡਰ ਇਨਵੈਸਟੀਗੇਸ਼ਨ ਸੀਗਾ ਸਿਸਟਮ ਜਦੋਂ ਮੈਂ ਰਿਟਾਇਰ ਹੋਇਆ। ਲੇਕਿਨ ਉਹਦਾ ਮੈਨੂੰ ਹੁਣ ਪਤਾ ਨਹੀਂ ਐਗਜ਼ੈਕਟਲੀ ਉਹਦੇ ਚ ਕੀ ਨਿਕਲਿਆ ਕੀ ਨਹੀਂ ਨਿਕਲਿਆ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ।